ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਫੈਸਲੇ ਦੀ, ਜਾਂ ਸੁਪਰੀਮ ਫੈਸਲੇ ਦੀ, ਜੋ ਸੁਣਾਇਆ ਗਿਆ ਸੁਪਰੀਮ ਕੋਰਟ ਦੇ ਵੱਲੋਂ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਲੈ ਕੇ। ਦਰਅਸਲ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਰਕਰਾਰ ਰਹੇਗੀ। ਜੋ ਐਕਟ ਪਾਸ 2014 ਚ ਹੋਇਆ ਸੀ ਉਹ ਬਰਕਰਾਰ ਰਹੇਗਾ। ਉਸ ਦੇ ਖਿਲਾਫ ਪਾਈ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ। ਤੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਵਿੱਚ ਐਸਜੀਪੀਸੀ ਅਤੇ ਅਕਾਲੀ ਦਲ ਨੇ ਮੋਰਚਾ ਖੋਲਿਆ ਤੇ ਦਾਦੂਵਾਲ ਦੇ ਉੱਤੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਜੰਮ ਕੇ ਵਰੇ। ਹੁਣ ਸਵਾਲ ਇਹ ਹੈ ਕਿ ਆਖਿਰ ਵੱਖਰੀ ਕਮੇਟੀ ਦੇ ਨਾਲ ਕਿ ਐਸਜੀਪੀਸੀ ਕਮਜ਼ੋਰ ਹੋਏਗਾ ਕਿ ਸਿੱਧੇ ਤੌਰ ਦੇ ਉੱਤੇ ਐਸਜੀਪੀਸੀ ਦੇ ਉੱਤੇ ਜਾ ਕੇ ਅਸਰ ਪੈਂਦਾ ਹੈ ਐਚਐਸਜੀਪੀਸੀ ਦਾ। ਜਦੋਂ ਦਿੱਲੀ ਦੇ ਵਿੱਚ ਵੱਖਰੀ ਕਮੇਟੀ ਹੈ, ਕਿਉਂਕਿ ਵੱਖ-ਵੱਖ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਜਾਂ ਸਿੱਖ ਵਿਦਵਾਨ ਨੇ ਉਹ ਇਹ ਸਵਾਲ ਚੁੱਕ ਰਹੇ ਨੇ ਕਿ ਜੇਕਰ ਦਿੱਲੀ ਦੇ ਵਿੱਚ ਵੱਖਰੀ ਕਮੇਟੀ ਹੈ ਜਾਂ ਹੋਰ ਥਾਵਾਂ ਦੇ ਉੱਤੇ ਵੀ ਵੱਖਰੀ ਕਮੇਟੀ ਹੈ ਤਾਂ ਫਿਰ ਹਰਿਆਣਾ ਦੇ ਵਿੱਚ ਇੱਕ ਵੱਖ ਤੋਂ ਕਮੇਟੀ ਬਣਾਉਣ ਦੇ ਉੱਤੇ ਨਾ ਵਿਵਾਦ ਕਿਉਂ ਹੈ। ਸਵਾਲ ਤਾਂ ਇਹ ਵੀ ਹੈ ਕਿ ਜਦੋਂ ਐਸਜੀਪੀਸੀ ਨੂੰ ਸਿੱਖਾਂ ਦੀ ਸਰਮੌਰ ਸੰਸਥਾ ਕਿਹਾ ਜਾਂਦਾ ਹੈ ਤਾਂ ਫਿਰ ਵੱਖਰੀ ਕਮੇਟੀ ਦੀ ਹਰਿਆਣਾ ਦੇ ਵਿੱਚ ਜ਼ਰੂਰਤ ਮਹਿਸੂਸ ਕਿਉਂ ਕੀਤੀ ਗਈ? ਕਿਉਂ 2014 ਦੇ ਵਿੱਚ ਇਸ ਤਰੀਕੇ ਦਾ ਕਦਮ ਚੁੱਕਿਆ ਗਿਆ? ਕਿਉਂ ਆਖਿਰ ਅੱਜ ਵੀ ਉਹ ਕਮੇਟੀ ਸਟੈਂਡ ਕਰ ਰਹੀ ਹੈ? ਇਸ ਦੇ ਉੱਤੇ ਵੀ ਚਰਚਾ ਹੋਣੀ ਤਾਂ ਜ਼ਰੂਰੀ ਹੈ। ਤਾਂ ਅੱਜ ਚਰਚਾ ਵੱਖਰੀ ਕਮੇਟੀ ਦੇ ਉੱਤੇ ਛਿੜੇ ਵਿਵਾਦ ਦੇ ਉੱਤੇ। ਸੁਪਰੀਮ ਅਦਾਲਤ ਨੇ ਐਚਐਸਜੀਪੀਸੀ ਮਾਮਲੇ ਤੇ ਫੈਸਲਾ ਸੁਣਾ ਦਿੱਤਾ ਹੈ ਤੇ ਐਚਐਸਜੀਪੀਸੀ ਐਕਟ 2014 ਦੀ ਮਾਨਤਾ ਨੂੰ ਬਰਕਰਾਰ ਰੱਖਿਆ। ਇਸ ਫੈਸਲੇ ਨਾਲ ਐਸਜੀਪੀਸੀ ਨੂੰ ਵੱਡਾ ਝਟਕਾ ਲੱਗਿਆ ਤੇ ਹੁਣ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ हरियाणा दी एसजीपीसी दे हाथ होएगा। सुप्रीम कोर्ट का एक ऐतिहासिक डिसीजन आया जिसमें हरियाणा को सिखों का जिस हक के लिए वो बहुत दिन से लड़ाई लड़ रहे थे उस हकों की जीत हुई। और सुप्रीम कोर्ट ने आज ये कहा है कि जो सिख गुरुद्वारा प्रबंधक कमेटी कांग्रेस की सरकार श्री भूपेंद्र सिंह हुड्डा जी की सरकार जो 2014 में थी उस समय बनाई गई थी, उसकी वैलिडिटी को अपहेल्ड किया है, वैलिड करार किया है। और जो पटिशन उसको चैलेंज करने के लिए सुप्रीम कोर्ट में 8 साल से यहाँ पे पेंडिंग थी उन सबको डिसमिस किया। हरियाणा ਦੀ ਹੁੱਡਾ ਸਰਕਾਰ ਵੇਲੇ ਐਕਟ ਬਣਿਆ ਸੀ ਜਿਸ ਨੂੰ ਐਸਜੀਪੀਸੀ ਨੇ ਚੁਣੌਤੀ ਦਿੱਤੀ ਹੋਈ ਸੀ। ਜਿੱਥੇ ਐਚਐਸਜੀਪੀਸੀ ਅਤੇ ਡੀਐਸਜੀਐਮਸੀ ਦੇ ਆਗੂ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ ਉੱਥੇ ਐਸਜੀਪੀਸੀ ਹਾਰ ਮੰਨਣ ਨੂੰ ਤਿਆਰ ਨਹੀਂ ਤੇ ਇਸ ਫੈਸਲੇ ਨੂੰ ਲੈ ਕੇ ਰਿਵਿਊ ਪਟੀਸ਼ਨ ਪਾਉਣ ਦੀ ਗੱਲ ਕਹਿ ਰਹੀ ਹੈ। ਅੱਜ ਉਹ ਫੈਸਲਾ ਆ ਗਿਆ, ਅਸੀਂ ਉਹਦੀ ਵੀ ਸਾਰੀ ਘੋਖ ਕਰ ਰਹੇ ਹਾਂ ਕਿਉਂਕਿ ਹਾਲੇ ਫੈਸਲੇ ਦੀ ਕਾਪੀ ਨਹੀਂ ਸਾਡੇ ਕੋਲ ਪਹੁੰਚੀ। ਅਸੀਂ ਆਪਣੇ ਅਧਿਕਾਰੀ ਦਿੱਲੀ ਨੂੰ ਵੀ ਭੇਜੇ ਆ ਤੇ ਵਕੀਲਾਂ ਦੇ ਨਾਲ ਵੀ ਅਸੀਂ ਸਲਾਹ ਮਸ਼ਵਰਾ ਕਰ ਰਹੇ ਹਾਂ ਤੇ ਅੱਜ ਐਗਜ਼ੈਕਟਿਵ ਨੇ ਵੀ ਬੈਠ ਕੇ ਫੈਸਲਾ ਕੀਤਾ ਕਿ ਉਹਦੀ ਰਿਵਿਊ ਪਟੀਸ਼ਨ ਜਿਹੜੀ ਉਹ ਤੁਰੰਤ ਪਾਈ ਜਾਵੇ। ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਕੇਂਦਰ ਦੀ ਸਰਕਾਰ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਔਰ ਨਾਲ ਹੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦਾ। ਮੈਂ ਸਮਝਦਾ ਉਹਨਾਂ ਨੇ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਹੱਕ ਦਿੱਤਾ ਹੈ। ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਮਾਨਯੋਗ ਸ੍ਰੀ ਮਨੋਹਰ ਲਾਲ ਖੱਟੜ ਜੀ ਦਾ, ਜਿਨ੍ਹਾਂ ਦੇ ਉਦਮ ਤੇ ਉਪਰਾਲੇ ਹੋਏ, ਜਿਨ੍ਹਾਂ ਦਾ ਪੂਰਾ ਸਹਿਯੋਗ ਰਿਹਾ। ਉਹਦੀ ਜ਼ਿੰਮੇਵਾਰੀ ਸੀ ਕਿ ਸਾਰੇ ਸਮੂਚੇ ਪੰਥ ਨੂੰ ਇਕੱਠਾ ਕਰਕੇ ਚੱਲਣ, ਸਾਰਿਆਂ ਨੂੰ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਦੀਆਂ। ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਵੰਡਾਂ ਹੁੰਦੀਆਂ ਚਲੇ ਗਈਆਂ, ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਐਕਟ ਸਾਡੇ ਬਜ਼ੁਰਗਾਂ ਨੇ ਹੀ ਬਣਵਾਇਆ ਅੱਜ ਤੋਂ 51 ਸਾਲ ਪਹਿਲੇ। तो अगर मैं समझदा कि अगर हरियाणा कमेटी बोर्ड बनेगी, वकरा बनेगा तो ਇਹਦੇ ਨਾਲ प्रचार प्रसार वाधा होएगा, ਉਹਦੇ ਚ ਨੁਕਸਾਨ ਵਾਲੀ ਕੋਈ ਐਸੀ ਗੱਲ ਨਹੀਂ ਹੋਈ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਹੁਣ ਤੱਕ ਐਚਐਸਜੀਪੀਸੀ ਹਰਿਆਣਾ ਦੇ 4 ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਸੀ ਤੇ ਐਸਜੀਪੀਸੀ 48 ਗੁਰਦੁਆਰਿਆਂ ਦਾ। ਪਰ ਇਸ ਫੈਸਲੇ ਤੋਂ ਬਾਅਦ ਸਾਰੇ ਹੀ 52 ਗੁਰਦੁਆਰਿਆਂ ਦਾ ਪ੍ਰਬੰਧ ਐਚਐਸਜੀਪੀਸੀ ਦੇ ਹੱਥਾਂ 'ਚ ਆ ਜਾਏਗਾ। ਐਸਜੀਪੀਸੀ ਇਸ ਮਾਮਲੇ ਤੇ ਰਿਵਿਊ ਪਟੀਸ਼ਨ ਪਾਉਣ ਦੀ ਗੱਲ ਕਹਿ ਰਹੀ ਹੈ, ਜਦਕਿ ਐਚਐਸਜੀਪੀਸੀ ਦੇ ਆਗੂ ਸ਼੍ਰੋਮਣੀ ਕਮੇਟੀ ਨੂੰ ਇਸ ਫੈਸਲੇ ਨੂੰ ਮੰਨਣ ਲਈ ਕਹਿ ਰਹੇ ਨੇ। ਦਿੱਲੀ ਤੋਂ ਸੁਸ਼ੀਲ ਪਾਂਡੇ, ਨਿਊਜ਼ 18 ਪੰਜਾਬ। ਤਾਂ ਜਿਸ ਮੁੱਦੇ ਉੱਤੇ ਚਰਚਾ ਕਰਾਂਗੇ, ਸਵਾਲ ਬਹੁਤ ਸਾਰੇ ਨੇ। ਸਵਾਲ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਬਹੁਤ ਕਰੜਾ ਰਿਐਕਸ਼ਨ ਵੇਖਣ ਨੂੰ ਮਿਲਿਆ, ਖਾਸ ਤੌਰ ਤੇ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਸਿੱਧਾ ਨਿਸ਼ਾਨੇ ਦੇ ਉੱਤੇ ਬਲਜੀਤ ਸਿੰਘ ਦਾਦੂਵਾਲ ਹੁੰਦੇ ਨੇ। ਇੱਥੋਂ ਤੱਕ ਕਹਿ ਦਿੰਦੇ ਨੇ ਕਿ ਦਾਦੂਵਾਲ ਤਾਂ ਏਜੰਸੀਆਂ ਦਾ ਬੰਦਾ ਹੈ, ਦਾਦੂਵਾਲ ਤਾਂ ਏਜੰਟ ਹੈ ਬੀਜੇਪੀ ਦਾ। ਤਾਂ ਇਸ ਤਰੀਕੇ ਦੀਆਂ ਤਲਖ ਟਿੱਪਣੀਆਂ ਕੀਤੀਆਂ ਗਈਆਂ ਤੇ ਨਾਲ ਇਹ ਵੀ ਕਿਹਾ ਗਿਆ ਕਿ ਦਿੱਲੀ ਕਮੇਟੀ 'ਚ ਦੇਖੋ ਕੀ ਹੋਇਆ,
ਤੇ ਉਹੀ ਕੁਝ ਉਸ ਤਰੀਕੇ ਨਾਲ ਹੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਹੁਣ ਸਵਾਲ ਇਹ ਹੈ ਕਿ ਇੱਕ ਵੱਖਰੀ ਕਮੇਟੀ ਦੇ ਨਾਲ ਕੀ ਕੋਈ ਫਰਕ ਪਏਗਾ, ਕੀ ਕੋਈ ਨੁਕਸਾਨ ਹੋ ਸਕਦਾ ਹੈ ਕਿ ਐਸਜੀਪੀਸੀ ਕਮਜ਼ੋਰ ਹੋਏਗੀ, ਕਿਉਂਕਿ ਡੀਐਸਜੀਐਮਸੀ ਤਰਕ ਇਹ ਵੀ ਦੇ ਰਹੀ ਹੈ ਕਿ ਇਸ ਦੇ ਨਾਲ ਪ੍ਰਚਾਰ ਪ੍ਰਸਾਰ ਵਧੇਗਾ, ਯਾਨੀ ਕਿ ਪੰਥ ਨੂੰ ਇਸ ਦਾ ਨੁਕਸਾਨ ਨਹੀਂ ਬਲਕਿ ਫਾਇਦਾ ਪਹੁੰਚਣ ਦੀ ਗੱਲ ਹੋ ਰਹੀ ਹੈ। ਤਾਂ ਇਸ ਕਰਕੇ ਵੱਖੋ ਵੱਖਰੇ ਸਵਾਲ ਨੇ ਜਿਹੜੀ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ, ਇਹਨਾਂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਵਾਲਾਂ ਦੇ ਜਵਾਬ ਲੈ ਸਕੀਏ ਕਿ ਐਸਜੀਪੀਸੀ ਕਮਜ਼ੋਰ ਹੋ ਸਕਦੀ ਹੈ, ਕਿ ਸੁਪਰੀਮ ਕੋਰਟ ਦੇ ਵੱਲੋਂ ਐਚਐਸਜੀਐਮਸੀ ਐਕਟ ਜੋ ਬਰਕਰਾਰ ਰੱਖਿਆ ਗਿਆ ਉਸ ਦੇ ਕੀ ਅਸੀਂ ਮਾਇਨੇ ਕੱਢ ਸਕਦੇ ਹਾਂ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਬਵਾਲ ਕਿਉਂ ਹੋ ਰਿਹਾ ਹੈ, ਇਤਰਾਜ਼ ਕਿਉਂ ਹੈ, ਕਮੇਟੀ ਦੀ ਜ਼ਰੂਰਤ ਨਜ਼ਰ ਕਿਉਂ ਆਈ 2014 ਦੇ ਵਿੱਚ, ਕਿਉਂਕਿ ਬਹੁਤ ਲੰਬੇ ਵੇਲੇ ਤੋਂ ਲਗਾਤਾਰ ਜ਼ਿਕਰ ਹੋਇਆ ਕਿ ਹਰਿਆਣਾ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਲਗਾਤਾਰ ਜ਼ਿਕਰ ਜਾਂ ਕਹੀਏ ਕਿ ਇੱਕ ਤਰੀਕੇ ਨਾਲ ਇਹ ਗੱਲ ਕਹਿੰਦੇ ਆ ਰਹੇ ਸੀ ਕਿ ਉਹਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਹੈ, ਇਸ ਕਰਕੇ ਇੱਕ ਵੱਖਰੀ ਕਮੇਟੀ ਹੋਵੇ। ਖੈਰ 2014 ਦੇ ਵਿੱਚ ਉਸ ਸਮੇਂ ਹੁੱਡਾ ਸਰਕਾਰ ਸੀ, ਹਰਿਆਣਾ 'ਚ ਬਣਾ ਦਿੱਤੀ ਗਈ, ਸੁਪਰੀਮ ਕੋਰਟ ਪੂਰਾ ਕੇਸ ਚਲਾ ਗਿਆ ਕਿ ਹੁਣ 2022 ਦੇ ਵਿੱਚ ਆ ਕੇ ਸੁਪਰੀਮ ਕੋਰਟ ਨੇ ਜਿਹੜੀ ਅਗੇਂਸਟ ਇੱਕ ਪਟੀਸ਼ਨ ਪਾਈ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਹੈ। ਤਾਂ ਅੱਜ ਇਸ ਮੁੱਦੇ ਉੱਤੇ ਚਰਚਾ ਹੋਵੇਗੀ। ਬਹੁਤ ਅਹਿਮ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ। ਮੈਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਇਸ ਚਰਚਾ ਦੇ ਵਿੱਚ। ਸਾਡੇ ਨਾਲ ਹਰਮੀਤ ਸਿੰਘ ਕਾਲਕਾ ਜੀ ਜੁੜ ਰਹੇ ਨੇ, ਪ੍ਰਧਾਨ ਨੇ ਡੀਐਸਜੀਐਮਸੀ ਦੇ। ਕਾਲਕਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਰਵਨੀਤ ਜੋਸ਼ੀ ਜੁੜ ਰਹੇ ਨੇ, ਐਡਵੋਕੇਟ ਨੇ। ਅਸੀਂ ਕਾਨੂੰਨੀ ਪੱਖ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਪੂਰੇ ਮਾਮਲੇ ਨੂੰ ਕਿਵੇਂ ਸਮਝਿਆ ਜਾਵੇ। ਜੋਸ਼ੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਐਚਐਸਜੀਐਮਸੀ ਦੇ ਵੀ ਨੁਮਾਇੰਦੇ ਜੁੜਨਗੇ। ਮੈਂ ਸ਼ੁਰੂਆਤ ਕਰਦਾ ਹਾਂ ਕਾਲਕਾ ਜੀ ਤੁਹਾਡੇ ਤੋਂ, ਅੱਜ ਦੀ ਇਸ ਚਰਚਾ ਤੋਂ ਪਹਿਲਾਂ ਰਿਐਕਸ਼ਨ ਤੁਹਾਡਾ ਕਿ ਕਿਵੇਂ ਦੇਖਦੇ ਹੋ ਤੁਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ? ਕਿਵੇਂ ਦੇਖਦੇ ਹੋ ਕਿ ਜੋ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਜਾਂ ਜੋ ਪਟੀਸ਼ਨ ਲਗਾਈ ਗਈ ਸੀ ਉਸ ਨੂੰ ਖਾਰਿਜ ਕਰ ਦਿੱਤਾ ਗਿਆ? ਦੇਖੋ, ਜਿੱਥੇ ਤੱਕ ਸੁਪਰੀਮ ਕੋਰਟ ਦੀ ਪਟੀਸ਼ਨ ਜਾਂ ਪੁਆਇੰਟ ਹੈ, ਮੈਂ ਪੂਰੀ ਜਜਮੈਂਟ ਤੇ ਹਲੇ ਨਹੀਂ ਪੜ੍ਹੀ, ਮਗਰ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਕਿ ਜਿਹੜੀ ਹਰਿਆਣਾ ਦੇ ਸਿੱਖਾਂ ਨੂੰ ਖੁਦ ਮੁਖਤਿਆਰੀ ਮਿਲੀ ਹੈ ਕਿ ਉਹ ਆਪਣੀ ਕਮੇਟੀ ਆਪ ਚੁਣ ਸਕਣ, ਆਪਣੇ ਫੈਸਲੇ ਆਪ ਲੈ ਸਕਣ। ਔਰ ਹਰਿਆਣਾ ਦੇ ਲੋਕ ਜਿਸ ਤਰੀਕੇ ਦੇ ਨਾਲ ਪਿਛਲੇ ਕਈ ਸਮੇਂ ਤੋਂ ਪ੍ਰਚਾਰ ਪ੍ਰਸਾਰ ਤੋਂ ਪਿਛੜ ਰਹੇ ਸੀ, ਅੱਜ ਹਰਿਆਣਾ ਦੀ ਵੱਖਰੀ ਕਮੇਟੀ ਬਣ ਕੇ ਉਹ ਕੰਮ ਕਰੇਗੀ। ਔਰ ਮੈਨੂੰ ਪੂਰੀ ਉਮੀਦ ਹੈ ਕਿ ਦੇਸ਼ ਦੇ ਵਿੱਚ ਕੌਮ ਤੇ ਪੰਥ ਦੀ ਬਹੁਤ ਉੱਚੀ ਆਵਾਜ਼ ਬਣ ਕੇ ਗੱਲ ਕਰਨਗੇ, ਕਿਉਂਕਿ ਹਰ ਸੂਬੇ ਦੀ ਆਪਣੀਆਂ ਮਜਬੂਰੀਆਂ, ਆਪਣੇ ਕੰਮ ਨੇ ਔਰ ਆਪਣੇ ਨਜ਼ਰੀਏ ਨੇ ਕੰਮ ਕਰਨ ਦੇ। ਜੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹੋ ਤੁਸੀਂ, ਤੇ ਅਗਰ 51 ਸਾਲ ਪਹਿਲੇ ਅੱਜ ਤੋਂ ਜੇ ਐਕਟ ਬਣਿਆ 1971 ਦੇ ਵਿੱਚ, ਤੇ ਅੱਜ ਖੁਦ ਮੁਖਤਿਆਰੀ ਦੇ ਨਾਲ ਆਪਣੇ ਇੰਸਟੀਚਿਊਟਸ, ਆਪਣੇ ਕਾਲਜਿਸ, ਆਪਣੇ ਸਭ ਕੁਝ ਅਸੀਂ ਇੰਡੀਪੈਂਡੈਂਟਲੀ ਚਲਾ ਰਹੇ ਹਾਂ। ਔਰ ਜਿਹੜੀ ਦੀ ਸੰਗਤ ਇਹਨੂੰ ਚੁਣਦੀ ਹੈ, ਕਿਉਂ ਨਾ ਹਰ ਸਟੇਟ ਦੀ ਸੰਗਤ ਕੋਲੋਂ ਇਹ ਅਖਤਿਆਰ ਹੋਣ ਕਿ ਅਸੀਂ ਆਪਣੇ ਇਲਾਕੇ ਦੀ, ਆਪਣੇ ਗੁਰੂ ਘਰਾਂ ਦੀਆਂ ਸੇਵਾਵਾਂ ਆਪਣੀਆਂ ਕਮੇਟੀਆਂ ਆਪ ਚੁਣ ਸਕਣ। ਸੋ ਮੈਂ ਹਰਿਆਣਾ ਦੇ ਸਾਰੇ ਸਿੱਖਾਂ ਨੂੰ ਵਧਾਈ ਦਿੰਦਾ ਅੱਜ ਦੇ ਇਸ ਫੈਸਲੇ ਲਈ। ਮੈਂ ਇੱਕ ਹੋਰ ਸਵਾਲ, ਤੁਹਾਨੂੰ ਲੱਗਦਾ ਕਿ ਕਿਉਂਕਿ ਐਸਜੀਪੀਸੀ ਇਹ ਵੀ ਜ਼ਿਕਰ ਕਰ ਰਹੀ ਹੈ ਕਿ ਇਹ ਪੈਰਲਲ ਸੰਸਥਾ ਹੋਗੀ ਐਸਜੀਪੀਸੀ ਦੇ, ਡੀਐਸਜੀਐਮਸੀ ਜਾਂ ਫਿਰ ਐਚਐਸਜੀਐਮਸੀ? ਦੇਖੋ, ਐਸਜੀਪੀਸੀ ਦੇ ਵਿੱਚ ਕੋਈ ਐਸਾ ਤੁਸੀਂ ਨੁਮਾਇੰਦਾ ਲਿਆਓ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ, ਉਹਦੇ ਵਿੱਚ ਖੁਸ਼ੀ ਹੋਏਗੀ, ਉਹਦੇ ਵਿੱਚ ਕੋਈ ਨੁਮਾਇੰਦਗੀ ਨਹੀਂ ਹੋਏਗੀ। ਮਗਰ ਜਿਹੜੀ ਸੰਸਥਾਵਾਂ ਨੂੰ ਕੈਪਚਰ ਕਰਕੇ ਪਿਛਲੇ ਇੰਨੇ ਸਾਲਾਂ ਤੋਂ ਨੁਕਸਾਨ ਕੌਮ ਦਾ ਹੋ ਰਿਹਾ, ਉਹਦੇ ਵਿੱਚ ਅਗਰ ਅੱਜ ਤੁਸੀਂ ਇਹਨੂੰ ਪਾਰਟੀਆਂ ਨਾਲ, ਨੈਸ਼ਨਲ ਪਾਰਟੀਆਂ ਨਾਲ ਜੋੜਨ ਦੀ ਗੱਲ ਕਰਦੇ ਹੋ, ਕਿਆ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਆਪਣੇ ਪ੍ਰਚਾਰ ਪ੍ਰਸਾਰ ਨੂੰ ਕਰ ਸਕੀਏ? ਔਰ ਇਹਦੇ ਵਿੱਚ ਨੁਕਸਾਨ ਕੀ ਹੈ ਮੈਨੂੰ ਇਹ ਸਮਝਾ ਦੇਣ ਕਿ ਬਈ ਨੁਕਸਾਨ ਕੀ ਹੈ। ਕਿਉਂਕਿ ਸਿਰਫ ਸ਼੍ਰੋਮਣੀ ਇਹਨਾਂ ਦਾ ਇੱਕੋ ਦਲੀਲ ਹੈ ਕਿ ਸ਼੍ਰੋਮਣੀ ਕਮੇਟੀ ਕਮਜ਼ੋਰ ਹੁੰਦੀ ਹੈ। ਸ਼੍ਰੋਮਣੀ ਕਮੇਟੀ ਨੂੰ ਕੋਈ ਨਾ ਕਮਜ਼ੋਰ ਕਰਨਾ ਚਾਹੁੰਦਾ ਹੈ ਔਰ ਨਾ ਕੋਈ ਕਰ ਸਕਦਾ ਹੈ। ਸ਼੍ਰੋਮਣੀ ਕਮੇਟੀ ਆਪਣਾ ਅਕਸ ਵਧਾਏ, ਆਪਣੇ ਕੰਮਕਾਜ ਵਧਾਏ, ਆਪਣੇ ਦਿੱਖ ਨੂੰ ਲੋਕਾਂ ਦੇ ਅੱਗੇ ਲੈ ਕੇ ਆਏ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੰਮ ਸੀ ਉਹ ਅੱਜ ਵੀ ਹੋ ਰਹੇ ਨੇ। ਸੋ ਮੈਂ ਸਮਝਦਾ ਕਿ ਉਹ ਅਕਸ ਕੋਈ ਲੈ ਕੇ ਆ ਸਕਦਾ, ਨਾ ਕੋਈ ਕਿਸੇ ਨੇ ਕੋਸ਼ਿਸ਼ ਕੀਤੀ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਐਸਜੀਪੀਸੀ ਤੋਂ ਗੁਰਚਰਨ ਸਿੰਘ ਗਰੇਵਾਲ ਜੀ ਨੇ। ਗਰੇਵਾਲ ਸਾਹਿਬ, ਮੈਂ ਸ਼ੁਰੂਆਤ ਇੱਥੋਂ ਹੀ ਕਰਦਾ ਹਾਂ ਕਿ ਜੇਕਰ ਤੁਸੀਂ ਕਰੜਾ ਇਤਰਾਜ਼ ਜਤਾ ਰਹੇ ਹੋ ਤਾਂ ਸਿੱਖ ਸੰਗਤ ਸਮਝਣਾ ਚਾਹੇਗੀ ਕਿ ਕੀ ਨੁਕਸਾਨ ਦੇਖਦੇ ਹੋ ਜੇ ਐਚਐਸਜੀਐਮਸੀ ਬਣ ਗਈ, ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣ ਗਈ। ਕਾਲਕਾ ਜੀ ਸਾਡੇ ਨਾਲ ਬੈਠੇ ਨੇ, ਉਹ ਕਹਿੰਦੇ ਨੇ ਕਿ ਸੰਗਤ ਨੂੰ ਹੱਕ ਹੈ ਨਾ ਆਪਣਾ ਕਿ ਆਪਣੇ ਨੁਮਾਇੰਦੇ ਉਹ ਚੁਣਨ, ਤੇ ਆਪਣੇ ਨੁਮਾਇੰਦੇ ਚੁਣਨ ਦੇ ਵਿੱਚ ਦਿੱਕਤ ਕੀ ਹੈ? ਸਾਂਭ ਸੰਭਾਲ ਕਰਨਗੇ ਗੁਰਦੁਆਰਾ ਸਾਹਿਬ ਦੀ, ਇਸ ਕਰਕੇ ਇਸ ਦੇ ਵਿੱਚ ਕੋਈ ਨੁਕਸਾਨ ਨਹੀਂ ਬਲਕਿ ਇਸ ਦਾ ਫਾਇਦਾ ਹੋਏਗਾ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਸਿੱਖੀ ਦੇ।
ਗਰੇਵਾਲ ਸਾਹਿਬ ਆਵਾਜ਼ ਆ ਰਹੀ ਹੈ ਮੇਰੀ? ਚਲੋ ਮੈਂ ਕੋਸ਼ਿਸ਼ ਕਰਦਾ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਹੋ ਸਕੇਗੀ। ਕਾਨੂੰਨੀ ਪੱਖ ਕੀ ਕਹਿੰਦਾ ਉਹ ਵੀ ਜੋਸ਼ੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ ਔਰ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਇਹ ਵੀ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਇਹ ਪੂਰਾ ਸੰਸਦ ਦੇ ਵਿੱਚ ਪਾਸ ਹੋ ਸਕਦਾ ਹੈ, ਕੋਈ ਸਟੇਟ ਨਹੀਂ ਕਰ ਸਕਦੀ। ਇਹ ਵੀ ਤਰਕ ਦਿੱਤਾ ਗਿਆ ਸੀ, ਹਾਲਾਂਕਿ ਉਹ ਸਾਰੇ ਤਰਕ ਸੁਪਰੀਮ ਕੋਰਟ ਦੇ ਵੱਲੋਂ ਜ਼ਰੂਰ ਰੱਦ ਕਰ ਦਿੱਤੇ ਗਏ ਨੇ। ਰਵਨੀਤ ਜੀ ਦਾ ਰੁਖ ਕਰਨਾ ਹੈ। ਰਵਨੀਤ ਜੀ, ਕਾਨੂੰਨੀ ਪੱਖ ਤੋਂ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਕਿਉਂਕਿ ਗੁਰਦੁਆਰਾ ਐਕਟ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਔਰ ਪੰਜਾਬ ਪੁਨਰ ਗਠਨ ਐਕਟ ਦਾ ਜ਼ਿਕਰ ਕੀਤਾ ਗਿਆ, ਇੱਕ ਹੋਰ ਐਕਟ ਦਾ ਵੀ ਜ਼ਿਕਰ ਕੀਤਾ ਗਿਆ ਤੇ ਉਸ ਨੂੰ ਹਵਾਲਾ ਬਣਾ ਕੇ ਕਿਹਾ ਗਿਆ, ਉਸ ਦਾ ਆਧਾਰ ਬਣਾ ਕੇ ਕਿਹਾ ਗਿਆ ਕਿ ਨਹੀਂ ਸੰਸਦ ਪਾਸ ਕਰ ਸਕਦੀ ਹੈ, ਸਟੇਟ ਪਾਸ ਨਹੀਂ ਕਰ ਸਕਦੀ। ਬਿਲਕੁਲ ਇਸ ਜੋ ਹਰਿਆਣਾ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਚ ਪਾਸ ਹੋਇਆ, ਉਸ ਨੂੰ ਉਹਦੀ ਕਨਸਟੀਟਿਊਸ਼ਨਲ ਵੈਲਿਡਿਟੀ ਜਿਹੜੀ ਹੈ ਸੁਪਰੀਮ ਕੋਰਟ 'ਚ ਚੈਲੰਜ ਕੀਤੀ ਗਈ ਸੀ। ਉਹਦੇ ਬ੍ਰੌਡ ਜਿਹੜੇ ਬੇਸਿਸ ਸੀਗੇ ਉਹ ਸੈਕਸ਼ਨ 72 ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966, ਜਿਹੜਾ ਕਹਿੰਦਾ ਹੈ ਵੀ ਕੋਈ ਵੀ ਜਿਹੜੇ ਅਦਾਰੇ ਨੇ ਜਿਹੜੇ ਇੰਟਰਸਟੇਟ ਹੋਣਗੇ ਉਹਨਾਂ ਦੇ ਉੱਤੇ ਜਿਹੜਾ ਕੰਟਰੋਲ ਹੈ, ਉਹਨਾਂ ਨੂੰ ਜੋ ਉਹਨਾਂ ਦੇ ਅਮੈਂਡਮੈਂਟਸ ਜਾਂ ਕੁਝ ਇਹ ਜੇ ਕੋਈ ਵੀ ਤਬਦੀਲੀਆਂ ਹੋਣਗੀਆਂ ਉਹਨਾਂ ਨੂੰ ਲੈ ਕੇ ਜਿਹੜੇ ਚੇਂਜਸ ਨੇ ਉਹ ਜਿਹੜਾ ਸੈਂਟਰਲ ਲੈਵਲ ਤੇ ਹੋਣਗੇ, ਨਾ ਕਿ ਸਟੇਟ ਲੈਵਲ ਤੇ ਹੋਣਗੇ। ਲੇਕਿਨ ਹੁਣ ਜੋ ਹਾਲਾਂਕਿ ਫੈਸਲਾ ਹਜੇ ਮੈਂ ਉਹ ਕਾਪੀ ਨਹੀਂ ਦੇਖੀ ਹੈ ਕਿਉਂਕਿ ਸਭ ਦੇ ਸਾਹਮਣੇ ਹਜੇ ਉਹ ਮਤਲਬ ਪਬਲਿਸ਼ ਨਹੀਂ ਹੋਈ ਹੈ ਇਹ ਕਾਪੀ, ਲੇਕਿਨ ਪ੍ਰੋਬਬਲੀ ਸੁਪਰੀਮ ਕੋਰਟ ਜੋ ਹੈ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਸਟੇਟ ਲਿਸਟ ਦੇ ਵਿੱਚ ਜਿਹੜੀ ਕਨਕਰੈਂਟ ਲਿਸਟ ਹੈ ਉਹਦੀ ਐਂਟਰੀ ਨੰਬਰ 28 ਪ੍ਰੋਵਾਈਡ ਕਰਦੀ ਹੈ ਦੋਨਾਂ ਨੂੰ, ਸਟੇਟ ਨੂੰ ਐਜ਼ ਵੈਲ ਐਜ਼ ਸੈਂਟਰ ਨੂੰ, ਕੋਈ ਵੀ ਕਾਨੂੰਨ ਰਿਲੀਜੀਅਸ ਜਿਹੜੀ ਇਹ ਆਰਗੇਨਾਈਜੇਸ਼ਨਸ ਨੇ ਇਹਨਾਂ ਦੇ ਰਿਲੇਟਡ ਪਾਰਿਤ ਕਰਨ ਦੇ ਅਧਿਕਾਰ ਜਿਹੜੇ ਹੈ ਉਹ ਸਟੇਟ ਤੇ ਸੈਂਟਰ ਦੋਨਾਂ ਕੋਲੇ ਵੱਖਰੇਵੇਂ ਜਿਹੜੇ ਨੇ ਉਹ ਐਕਸਰਸਾਈਜ਼ ਕਰ ਸਕਦੇ ਨੇ। ਤੇ ਜੇ ਇਹਨਾਂ ਦੇ ਵਿੱਚ ਕਿਤੇ ਕੋਈ ਕਲੈਸ਼ ਹੁੰਦਾ ਤਾਂ ਉਸ ਟਾਈਮ ਦੇ ਵਿੱਚ ਉਹ ਕਨਸਟੀਟਿਊਸ਼ਨ ਦੱਸਦਾ ਵੀ ਸੈਂਟਰਲ ਦੀ ਕਿਹੜੇ ਮਾਮਲਿਆਂ ਦੇ ਵਿੱਚ ਜਿਹੜੀ ਇਹ ਸੁਪਰੀਮੇਸੀ ਹੋਊਗੀ। ਤਾਂ ਜਦੋਂ ਫੈਸਲਾ ਆ ਜਾਂਦਾ ਹੈ ਤਾਂ ਉਹਦੇ ਵਿੱਚ ਕੀ ਬੇਸਿਸ ਨੇ ਉਹ ਦੇਖਣ ਵਾਲੀ ਗੱਲ ਰਹੇਗੀ ਸੁਪਰੀਮ ਕੋਰਟ ਦੀ, ਵੀ ਕਿੰਨਾ ਬੇਸਿਸ ਦੇ ਉੱਤੇ ਉਹਨਾਂ ਨੇ 72 ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀ ਪਲੀ ਲੈ ਕੇ ਕੇਰਾਂ ਇੱਕ ਵਾਰੀ ਮਾਮਲੇ ਦੇ ਵਿੱਚ ਸਟੇਟਸ ਕੋ ਕਰ ਦਿੱਤਾ ਸੀ ਉਸ ਐਕਟ ਦੇ ਉੱਤੇ, ਜੋ ਹੁਣ ਇੰਨੇ ਸਾਲ ਜੋ ਹੈ ਰੁਕਿਆ ਰਿਹਾ ਮਾਮਲਾ, ਤੇ ਉਹਨੂੰ ਕਿਸ ਤਰੀਕੇ ਨਾਲ ਕਵਰ ਕਰਦੇ ਹੋਏ ਕਿ ਸੁਪਰੀਮੇਸੀ ਜਿਹੜੀ ਹੈ ਉਹ ਕਨਕਰੈਂਟ ਲਿਸਟ ਦੀ ਐਂਟਰੀ 28 ਨੂੰ ਜਾਂ ਹੋਰ ਕਿਹੜੇ ਪਹਿਲੂਆਂ ਨੂੰ ਦੇਖਦੇ ਹੋਏ ਇਹ ਫੈਸਲਾ ਜੋ ਹੈ ਪਾਰਿਤ ਕੀਤਾ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਗੁਰਚਰਨ ਗਰੇਵਾਲ ਜੀ ਦਾ ਰੁਖ ਕਰਨਾ। ਗਰੇਵਾਲ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਛੇਤੀ ਕਰ ਯਾਰ, ਛੱਡੋ ਤਾਂ ਸਾਰਾ ਕੰਮ ਤਾਂ। ਗੁਰਚਰਨ ਗਰੇਵਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਲੱਗ ਰਿਹਾ ਕਿ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਮੈਂ ਵਾਪਸ ਉਹਨਾਂ ਦਾ ਰੁਖ ਕਰਾਂਗਾ, ਪਰ ਮੈਂ ਇੱਕ ਵਾਰ ਰੁਖ ਕਰਦਾ। ਸਾਡੇ ਨਾਲ ਕਾਲਕਾ ਜੀ ਲਗਾਤਾਰ ਜੁੜੇ ਹੋਏ ਨੇ। ਕਾਲਕਾ ਜੀ, ਦੇਖੋ ਇਸ ਸਮੇਂ ਸੁਖਬੀਰ ਸਿੰਘ ਬਾਦਲ ਥੋੜੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਗਏ ਨੇ। ਉਹ ਬੀਜੇਪੀ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ, ਕੇਂਦਰ ਦੀ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ, ਦਾਦੂਵਾਲ ਹੋਰਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ, ਤੇ ਦੂਜੇ ਪਾਸੇ ਡੀਐਸਜੀਐਮਸੀ ਵੀ ਉਹਨਾਂ ਦੇ ਟਾਰਗੇਟ ਦੇ ਉੱਤੇ ਸੀ। ਕਹਿੰਦੇ ਇਹ ਇੱਕ ਤਰੀਕੇ ਨਾਲ ਅੰਦਰ ਵੜਨ ਦੀ, ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਾਹੇ ਹਰਿਆਣਾ ਹੋਵੇ ਚਾਹੇ ਦਿੱਲੀ ਹੋਵੇ। ਨਹੀਂ, ਮੈਨੂੰ ਇਹ ਸਮਝ ਨਹੀਂ ਆਈ ਕਿ ਕਿਹਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਚੀਜ਼ ਉਹਨਾਂ ਦੀ ਗ੍ਰਿਫ ਤੋਂ ਬਾਹਰ ਚਲੇ ਜਾਂਦੀ ਹੈ, ਅੱਜ ਉਹ ਗੈਰ ਪੰਥਕ ਹੋ ਜਾਂਦੀ ਹੈ। ਬੜੇ ਸਤਿਕਾਰਯੋਗ ਨੇ ਬਾਦਲ ਸਾਹਿਬ, ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ, ਮਗਰ ਇੱਕ ਗੱਲ ਦੱਸਣ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗ੍ਰਿਫ ਦੇ ਵਿੱਚੋਂ ਅਗਰ ਹਰਿਆਣਾ ਗੁਰਦੁਆਰਾ ਕਮੇਟੀ ਨਿਕਲਦੀ ਹੈ ਤੇ ਇਹ ਉਹਨਾਂ ਦਾ ਨਿੱਜੀ, ਉਹਨਾਂ ਨੂੰ ਨੁਕਸਾਨ ਜ਼ਰੂਰ ਹੋ ਸਕਦਾ ਹੈ, ਮਗਰ ਹਕੀਕਤ ਬਾਰੇ ਉਹ ਗੱਲ ਵੀ ਨਹੀਂ ਦੱਸ ਰਹੇ ਕਿ ਡੀਐਸਜੀਐਮਸੀ ਦੇ ਵੱਖਰੀ ਅੱਜ ਕਮੇਟੀ ਬਣੀ ਹੈ। ਅੱਜ ਇਹਨਾਂ ਦੀ ਪਾਰਟੀ ਆ ਕੇ ਤੇ ਇਲੈਕਸ਼ਨਾਂ ਲੜਦੀ ਹੈ, ਇਹਨਾਂ ਦੇ ਨੁਮਾਇੰਦੇ ਇੱਥੇ ਹੈਗੇ ਨੇ। ਕਿਆ ਇਹਨਾਂ ਨੂੰ ਕੋਈ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ? ਜੇ ਅੱਜ ਤੁਸੀਂ ਬੀਜੇਪੀ ਦੀ ਗੱਲ ਕਰਦੇ ਹੋ, ਤੁਸੀਂ 23 ਸਾਲ ਅਲਾਇੰਸ ਰੱਖਿਆ ਬੀਜੇਪੀ ਦੇ ਨਾਲ, ਤੁਸੀਂ ਉਹਦੇ ਚੋਂ ਵਜ਼ਾਰਤਾਂ ਲਈਆਂ, ਤੁਸੀਂ ਉਹ ਮੈਂਬਰ ਪਾਰਲੀਮੈਂਟ ਬਣਾਏ, ਤੁਸੀਂ ਆਪਣੀਆਂ ਸਰਕਾਰਾਂ ਚਲਾਈਆਂ, ਸਰਕਾਰਾਂ ਦੀ ਮੰਨਤਾ ਲੈਂਦੇ ਰਹੇ ਹੋ, ਤਦ ਤੁਹਾਨੂੰ ਬੀਜੇਪੀ ਦੀ ਗੱਲ ਨਹੀਂ ਯਾਦ ਆਉਂਦੀ ਸੀ। ਅੱਜ ਬੀਜੇਪੀ ਔਰ ਤੁਹਾਡਾ ਅਲਾਇੰਸ ਟੁੱਟਿਆ, ਤੁਸੀਂ ਹਰ ਬੰਦੇ ਨੂੰ ਬੀਜੇਪੀ ਦੇ ਨਾਲ, ਆਰਥ ਦੇ ਨਾਲ ਜੁੜਨ ਦੀਆਂ ਗੱਲਾਂ ਕਰਦੇ ਹੋ, ਤੇ ਕਿਧਰੇ ਨਾ ਕਿਧਰੇ ਆਪਣੇ ਆਪ ਨਾਲ ਆਪਣਾ ਸਟੈਂਡ ਰੱਖਣਾ ਬੜਾ ਜ਼ਰੂਰੀ ਹੈ ਕਿ ਕਿਆ ਤੁਸੀਂ ਇਹ ਜਿਹੜੀਆਂ ਗੱਲਾਂ ਕਰ ਰਹੇ ਹੋ ਅੱਜ ਤੋਂ 1.5-2 ਸਾਲ ਪਹਿਲੇ ਜਦ ਤੁਹਾਡਾ ਅਲਾਇੰਸ ਸੀ ਤਦ ਤੁਹਾਨੂੰ ਇਹ ਨਜ਼ਰ ਨਹੀਂ ਆਉਂਦੀਆਂ ਸੀ ਕਿ ਇਹਦਾ ਕੀ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ। ਸੋ ਇਸ ਕਰਕੇ ਜਦ ਚੀਜ਼ ਆਪਣੀ ਗ੍ਰਿਪ ਚੋਂ ਬਾਹਰ ਨਿਕਲ ਜਾਂਦੀ ਹੈ ਤੇ ਦੂਜਿਆਂ ਤੇ ਨਿਸ਼ਾਨੇ ਸਾਧਨੇ ਬਹੁਤ ਆਸਾਨ ਹੋ ਜਾਂਦੇ ਆ। ਜੇ ਅੱਜ ਦਾਦੂਵਾਲ ਸਾਹਿਬ ਨੇ ਲੜਾਈ ਲੜੀ ਹੈ ਔਰ ਅੱਜ ਹਰਿਆਣਾ ਕਮੇਟੀ ਅਗਰ ਵੱਖਰੀ ਹੋਂਦ ਲੈ ਕੇ ਆਏਗੀ ਤੇ ਇਹਦਾ ਬੈਨੀਫਿਟ ਹੋਏਗਾ ਹਰਿਆਣਾ ਦੇ ਸਿੱਖਾਂ ਨੂੰ। ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਹਰਿਆਣਾ ਦੇ ਸਿੱਖ ਆਪਣੇ ਫੈਸਲੇ ਆਪ ਲੈ ਸਕਦੇ ਨੇ, ਆਪਣੀਆਂ ਮੰਗਾਂ ਆਪਣੀਆਂ ਸਰਕਾਰਾਂ ਕੋਲ ਆਪ ਕਰਾ ਸਕਦੇ ਆ। ਜੇ ਇਹਨਾਂ ਦੇ ਪੋਲੀਟੀਕਲ ਜਿਹੜੇ ਇਹਨਾਂ ਨੂੰ ਫਾਇਦੇ ਮਿਲਦੇ ਨੇ, ਜੇ ਪੰਜਾਬ ਦੀ ਸਰਕਾਰ ਹੈ ਬਣਾਉਂਦੇ ਨੇ ਔਰ ਹਰਿਆਣਾ ਦੇ ਨਾਲ ਇਹਨਾਂ ਦੀ ਨਹੀਂ ਬਣਦੀ, ਤੇ ਹਰਿਆਣਾ ਦੇ ਜਿਹੜੇ ਸਿੱਖ ਗੁਰਦੁਆਰਿਆਂ ਨਾਲ ਰਿਲੇਟਡ ਕਿਉਂ ਸਫਰ ਕਰਨਗੇ ਇਸ ਗੱਲ ਦਾ?
ਇਸ ਗੱਲ ਨੂੰ ਬਾਦਲ ਸਾਹਿਬ ਨੂੰ ਲਾਰਜਰ ਇੰਟਰਸਟ ਆਫ ਦੀ ਕਮਿਊਨਿਟੀ ਸੋਚ ਕੇ ਆਪਣੇ ਬਿਆਨ ਦੇਣੇ ਚਾਹੀਦੇ ਨੇ। ਜਿਹੜੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਮੈਂ ਪਹਿਲੇ ਵੀ ਕਿਹਾ, ਜਿਹੜੇ ਹੋਰ ਮੈਂਬਰ ਸਾਹਿਬ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਨੇ, ਤੁਸੀਂ ਉਹਨਾਂ ਕੋਲ ਪੁੱਛ ਕੇ ਦੇਖੋ, ਤੁਸੀਂ ਕਿਸੇ ਬੁੱਧੀਜੀਵੀ ਨਾਲ ਗੱਲ ਕਰੋ। ਜਿਹੜਾ ਵੀ ਸਿੱਖ ਜਿਹੜਾ ਹਿੰਦੁਸਤਾਨ 'ਚ ਪੰਜਾਬ ਤੋਂ ਅਲੱਗ ਬਾਹਰ ਬੈਠਾ ਹੈ, ਉਹ ਸਾਰੇ ਕਹਿਣਗੇ ਕਿ ਇਹ ਵੱਖਰੀ ਜਿਹੜੀ ਸਟੇਟ ਦਾ ਬਣਿਆ ਹੈ, ਇਹ ਬਹੁਤ ਅੱਛੀ ਗੱਲ ਹੈ, ਕਿਉਂਕਿ ਹਰ ਲੋਕ ਚਾਹੁੰਦੇ ਨੇ ਕਿ ਸਾਡੀ ਕਿਧਰੇ ਡਿਪੈਂਡੈਂਸੀ ਨਾ ਹੋਏ, ਅਸੀਂ ਇੰਡੀਪੈਂਡੈਂਟ ਤੌਰ ਦੇ ਉੱਤੇ ਕੰਮ ਕਰੀਏ। ਔਰ ਸਾਨੂੰ ਇਹ ਨਹੀਂ ਹੈ ਕਿ ਸਾਨੂੰ ਕੋਈ ਫਤਵਾ ਜ਼ਾਹਿਰ ਕਰਦੇ ਕਿ ਅੱਜ ਬੀਜੇਪੀ ਦੇ ਨਾਲ ਅਲਾਇੰਸ ਹੈ ਤੇ ਸਾਨੂੰ ਲੈਣਾ ਪਏਗਾ, ਅੱਜ ਸਾਡਾ ਸਮਾਜਵਾਦੀ ਪਾਰਟੀ ਨਾਲ ਹੈ ਤੇ ਅਸੀਂ ਸਮਾਜਵਾਦੀ ਪਾਰਟੀ ਨਾਲ ਚੱਲਣਾ ਹੈ, ਅੱਜ ਸਾਡੀ ਬਹੁਜਨ ਸਮਾਜ ਪਾਰਟੀ ਨਾਲ ਹੈ ਤੇ ਬਹੁਜਨ ਸਮਾਜ ਪਾਰਟੀ ਨਾਲ ਚੱਲਣਾ ਹੈ। ਸੋ ਇਸ ਕਰਕੇ ਇਹਨਾਂ ਦੇ ਗ੍ਰਿਪ ਚੋਂ ਜਦ ਚੀਜ਼ਾਂ ਧੀਰੇ ਧੀਰੇ ਨਿਕਲ ਰਹੀ ਹੈ, ਔਰ ਮੈਂ ਸਮਝਦਾ ਕਿ ਅੱਜ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰ ਸਕੇਗਾ ਹਰਿਆਣਾ ਕਮੇਟੀ, ਜਿਹਦੇ ਪਿੱਛੇ ਸ਼੍ਰੋਮਣੀ ਕਮੇਟੀ ਨਾ ਕਾਮਯਾਬ ਹੋਈ ਹੈ। ਨਹੀਂ, ਮੈਂ ਕਾਲਕਾ ਜੀ ਇੱਕ ਹੋਰ ਸਵਾਲ ਹੈ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਲੋਕ ਇਹ ਵੀ ਪੁੱਛ ਰਹੇ ਨੇ ਸਵਾਲ, ਸਿੱਖ ਸੰਗਤ ਖਾਸ ਤੌਰ ਤੇ, ਚਾਹੇ ਹੁਣ ਤੁਸੀਂ ਉਸ ਨੂੰ ਐਸਜੀਪੀਸੀ ਦੇ ਨਾਲ ਜੋੜ ਕੇ ਦੇਖ ਲਓ, ਐਸਜੀਪੀਸੀ ਦੀ ਸਟੇਟਮੈਂਟ ਇਹ ਵੀ ਹੈ ਕਿ ਆਖਿਰ ਜ਼ਰੂਰਤ ਕਿਉਂ ਹੈ ਇਸ ਚੀਜ਼ ਦੀ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਦੇਸ਼ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਹੈ ਤਾਂ ਇੱਕ ਹੀ ਰਹੇਗਾ, ਹੁਣ 5-7 ਤਾਂ ਨਹੀਂ ਕੀਤੇ ਜਾ ਸਕਦੇ। ਦੇਖੋ, ਜੇ ਅਗਰ ਪ੍ਰਧਾਨ ਮੰਤਰੀ ਦੀ ਗੱਲ ਹੋ ਰਹੀ ਹੈ ਤੇ ਫਿਰ ਮੁੱਖ ਮੰਤਰੀ ਕਿਉਂ ਹੋ ਰਹੇ ਨੇ ਵੱਖਰੇ ਵੱਖਰੇ? ਸਟੇਟਾਂ ਦੇ ਆਪਣੇ ਫੈਸਲੇ ਕਿਉਂ ਨਹੀਂ ਨੇ? ਪ੍ਰਧਾਨ ਮੰਤਰੀ ਨਾਲ ਜੋੜਨ ਦੀ ਗੱਲ ਨਹੀਂ ਹੈ। ਇਹ ਫੈਸਲਾ ਜਿਹੜਾ ਹੈ, ਇਹ ਪ੍ਰਧਾਨ ਮੰਤਰੀ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ। ਜੇ ਅਗਰ ਅਸੀਂ ਉਹਨੂੰ ਸੁਪਰੀਮ ਮੰਨਣਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੇ ਜਥੇਦਾਰ ਨੂੰ ਹੀ ਸੁਪਰੀਮ ਨਹੀਂ ਮੰਨਦੀ। ਸਭ ਤੋਂ ਵੱਡੀ ਗੱਲ ਤੇ ਇਹਨਾਂ ਦੀ ਜਿਹੜੀ ਸਾਈਕੀ ਹੈ, ਇਹੀ ਨਹੀਂ ਚੇਂਜ ਹੋ ਰਹੀ ਹਲੇ ਤੱਕ ਕਿ ਇਹ ਪ੍ਰਧਾਨ ਮੰਤਰੀ ਦਾ ਦਰਜਾ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਦੇਣਾ ਚਾਹੁੰਦੇ ਨੇ, ਆਪਣੀ ਪਾਰਟੀ ਨੂੰ ਐਸਜੀਪੀਸੀ ਨੂੰ ਦੇਣਾ ਚਾਹੁੰਦੇ ਨੇ। ਔਰ ਜੋ ਦਿੱਲੀ ਦੀ ਜਾਂ ਦਿੱਲੀ ਦੇ ਇਲਾਵਾ ਹੋਰ ਪੰਜਾਬ ਤੋਂ ਇਲਾਵਾ ਜਿਹੜੇ ਸਿੱਖ ਬੈਠੇ ਨੇ, ਉਹ ਪ੍ਰਧਾਨ ਮੰਤਰੀ ਦਾ ਦਰਜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇਣਾ ਚਾਹੁੰਦੇ ਨੇ। ਇਹ ਫਰਕ ਹੈ ਸੋਚ ਦਾ। ਅਸੀਂ ਤੇ ਨਹੀਂ ਕਹਿ ਰਹੇ ਕਿ ਪ੍ਰਧਾਨ ਮੰਤਰੀ ਅਕਾਲ ਤਖਤ ਦਾ ਜਥੇਦਾਰ ਦੀ ਜਗ੍ਹਾ ਸੁਪਰੀਮ ਪਾਵਰ ਕਿਸੇ ਹੋਰ ਨੂੰ ਬਣਾਈ ਜਾਏ। ਜੇ ਸਟੇਟਾਂ ਦੇ ਸੂਬਿਆਂ ਦੀ ਆਪਣੀ ਗੱਲ ਕਰਨੀ ਹੈ ਤੇ ਅਲੱਗ ਹਰਿਆਣਾ ਕਮੇਟੀ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ। ਇਹ ਗੱਲ ਨੂੰ ਕੰਪੈਰੀਜ਼ਨ ਜਿਹੜੇ ਦੇ ਰਹੇ ਨੇ ਬਿਲਕੁਲ ਦੂਜੇ ਤਰੀਕੇ ਨਾਲ ਦੇਖਣ। ਜੇ ਹਰਿਆਣਾ ਕਮੇਟੀ ਦੇ ਪ੍ਰਧਾਨ ਕੋਈ ਵੀ ਬਣੇਗਾ ਇਲੈਕਸ਼ਨਾਂ ਤੋਂ ਬਾਅਦ, ਦਿੱਲੀ ਕਮੇਟੀ ਦਾ ਅਗਰ ਮੈਂ ਬਤੌਰ ਮੁੱਖ ਸੇਵਾਦਾਰ ਕੰਮ ਕਰ ਰਿਹਾ ਤੇ ਕਿਆ ਮੈਂ ਅਕਾਲ ਤਖਤ ਸਾਹਿਬ ਤੋਂ ਮੁਨਕਰ ਆ? ਅਕਾਲ ਤਖਤ ਸਾਹਿਬ ਦਾ ਹੁਕਮ ਅਸੀਂ ਉਹਨਾਂ ਦੀ ਗੱਲ ਪੂਰੀ ਹੋਣ ਤੋਂ ਪਹਿਲੇ ਪੂਰੀ ਕਰਦੇ ਆ। ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਰਗੇ ਨਹੀਂ ਹੈਗਾ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਜਿਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅੱਜ ਤੋਂ 4 ਮਹੀਨੇ ਪਹਿਲੇ 5 ਮਹੀਨੇ ਪਹਿਲੇ ਪੀਟੀਸੀ ਦੇ ਉੱਪਰ ਕਾਰਵਾਈ ਕਰਨ ਲਈ ਕੀਤੀ, ਅੱਜ ਤੱਕ ਉਹਨਾਂ ਨੇ ਉਹਦਾ ਜਵਾਬ ਨਹੀਂ ਦਿੱਤਾ ਸੰਗਤਾਂ ਦੇ ਵਿੱਚ। ਐਸਜੀਪੀਸੀ ਅਕਾਲ ਤਖਤ ਦੇ ਜਥੇਦਾਰ ਨੂੰ ਸੁਪਰੀਮ ਨਹੀਂ ਮੰਨਦੀ, ਬਾਕੀ ਦੁਨੀਆ ਦਾ ਹਰ ਸਿੱਖ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦਾ। ਠੀਕ ਹੈ, ਮੈਂ ਸਰ ਤੁਹਾਡੇ ਕੋਲ ਵਾਪਸ ਆਉਣਾ ਹੈ। ਸਾਡੇ ਨਾਲ ਗਰੇਵਾਲ ਜੀ ਜੁੜ ਚੁੱਕੇ ਨੇ। ਗਰੇਵਾਲ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਆ ਗਈ ਜੀ, ਆ ਗਈ। ਠੀਕ ਹੈ, ਮੈਂ ਪਹਿਲਾ ਸਵਾਲ ਇਹੀ ਸਟਾਰਟ ਕਰਦਾ ਹਾਂ, ਉਸ ਤੋਂ ਬਾਅਦ ਕਾਲਕਾ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ, ਉਸ ਦੇ ਉੱਤੇ ਜਾਵਾਂਗਾ। ਪਰ ਪਹਿਲਾ ਇਹੀ ਸਵਾਲ ਕਿ ਇਤਰਾਜ਼ ਕਿਉਂ ਹੋ ਰਿਹਾ ਹੈ, ਕਿ ਨੁਕਸਾਨ ਕੀ ਨਜ਼ਰ ਆਉਂਦਾ ਹੈ ਜੇ ਐਚਐਸਜੀਪੀਸੀ ਬਣ ਗਈ ਹੈ, ਐਚਐਸਜੀਐਮਸੀ ਬਣ ਗਈ ਹੈ, ਸੁਪਰੀਮ ਕੋਰਟ ਦੇ ਫੈਸਲਾ ਆ ਚੁੱਕਿਆ ਹੈ, ਕੀ ਨੁਕਸਾਨ ਸਿੱਧੇ ਤੌਰ ਦੇ ਉੱਤੇ ਪੰਥ ਨੂੰ ਤੁਹਾਨੂੰ ਨਜ਼ਰ ਆ ਰਿਹਾ ਹੈ? ਗੌਰਵ ਜੀ, ਮੈਨੂੰ ਲੱਗਦਾ ਕਿ ਤੁਸੀਂ ਮੈਨੂੰ 1-2 ਮਿੰਟ ਜ਼ਰੂਰ ਦਿਓਗੇ। ਜੀ ਬਿਲਕੁਲ ਬਿਲਕੁਲ। ਮੈਂ ਇਸ ਬਹਿਸ ਦੇ ਵਿੱਚ ਨਹੀਂ ਪੈਣਾ ਕਿਉਂਕਿ ਮੈਂ ਬਹਿਸ ਕਰਨ ਦੇ ਯੋਗ ਨਹੀਂ ਹੈਗਾ। ਅੱਜ ਜਦੋਂ ਬੈਠੇ ਅਸੀਂ, ਕਾਲਕਾ ਜੀ ਕੀ ਕਹਿ ਰਹੇ ਨੇ, ਸਰਸਾ ਜੀ ਕੀ ਕਹਿ ਰਹੇ ਨੇ, ਦਾਦੂਵਾਲ ਸਾਹਿਬ ਕੀ ਕਹਿ ਰਹੇ ਨੇ, ਬਹੁਤ ਕੁਝ ਕਹਿ ਰਹੇ ਨੇ। ਅੱਜ ਸਾਨੂੰ ਇਹ ਵੀ ਕਿਹਾ ਜਾ ਰਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਨੇ ਇੱਕ ਫੈਸਲਾ ਕਰ ਦਿੱਤਾ, ਇਹਨੂੰ ਸਿਰ ਮੱਥੇ ਮੰਨਿਆ ਜਾਵੇ। ਮੈਂ ਇਹ ਗੱਲ ਕਰਦਾ ਕਿ ਸਾਨੂੰ ਦੋਸ਼ ਵੀ ਦੇ ਦਿੱਤਾ ਗਿਆ, ਸਾਨੂੰ ਸਜ਼ਾ ਵੀ ਲਾ ਦਿੱਤੀ ਗਈ ਤੇ ਸਾਨੂੰ ਚਪੇੜ ਵੀ ਮਾਰੀ ਆ ਤੇ ਸਾਨੂੰ ਰੋਣ ਵੀ ਨਹੀਂ ਦਿੱਤਾ ਜਾ ਰਿਹਾ। तो मैं घट्टो घट तुहाडे तो आस करांगा गौरव जी कि तुसी अपने इस माध्यम राही बिल्कुल तुसी थोड़ा जिहा पहले ही लेट जुड़े हो तां थोड़ा जिहा हां जी बिल्कुल प्लीज मैं उस गल लई अफसोस करदा कि मैं रस्ते सीगा मेरा नहीं जुड़ सकिया मैं हुण इत्थे जुड़िया। देखो इस देश दे लई सिखां ने जो कीता ते इहदे बारे तुसी भी जाणदे हो ते इह बैठे ने कालका जी भी जाणदे ने, दादूवाल साहब सारी दुनिया जाणदी आ, कोई इस नूं भुलेखे च नहीं पै सकदा। पर सिखां नाल इस हिंदुस्तान दे कानून ने की कीता, माफ करना मैं कानून नूं किसी तरह की कोई अप शब्द नहीं बोलांगा पर मैं अफसोस तो प्रगट कर सकदा ना। इस कानून ने सिखां नाल की कीता वो तुहाडे सामने आ, पंजाब नाल की कीता वो तुहाडे सामने आ। बहुत गल लंबी दूर दी ना गल करां, जे 84 दे विच सिखां दा कतलेआम होया ते वो कातल लोग अज भी उवें फिरदे ने, पर इंदिरा गांधी दे कातलां नूं 6 महीने दे विच फांसी ते लटका दित्ता गया। उस तों बाद इह देश दे कानून नूं असीं वेखिआ, असीं हत्थ जोड़े, तुसीं जो कीता असीं तुहाडे प्रवान करदे आ। हुण भी साडे नाल जो कुछ वापर रहा 32 साल हो गए ने, इस देश की न्यायपालिका
ਜਿਹਨੂੰ ਅਸੀਂ ਕਹਿੰਦੇ ਆ ਕਿ ਇਸ ਦੇਸ਼ ਨੂੰ ਯਾਦ ਕਰਾਉਣ ਵਾਲੇ ਅਸੀਂ ਆ, ਇਸ ਨਿਆਂਪਾਲਕਾਂ ਨੇ ਸਾਨੂੰ ਜਿਹੜਾ ਕੁਝ ਦਿੱਤਾ ਤੁਸੀਂ ਸਾਹਮਣੇ ਆ ਕਿ ਬੰਦੀ ਸਿੰਘਾਂ ਦਾ ਕੀ ਹਾਲ ਹੈ। ਕੀ ਅਸੀਂ ਇਸ ਨਿਆਂਪਾਲਕਾਂ ਦੇ ਹਰ ਜਿਹੜੇ ਫੈਸਲੇ ਨੂੰ ਅਸੀਂ ਸਿਰ ਝੁਕਾਵਾਂਗੇ? ਪਰ ਅੱਜ ਇਹ ਗੱਲ ਕਹੀ ਜਾਂਦੀ ਆ ਕਿ ਤੁਸੀਂ ਸਿਰ ਝੁਕਾਓ, ਪਰ ਸਿਰ ਝੁਕਾ ਕੇ ਜਦੋਂ ਕਤਲ ਹੋ ਗਿਆ ਤੇ ਫਿਰ ਕੀ ਕੀਤਾ ਜਾਵੇਗਾ? ਹੁਣ ਹਾਲਾਤ ਇਹ ਨੇ, ਕਾਲਕਾ ਜੀ ਜੋ ਬੋਲ ਰਹੇ ਨੇ ਠੀਕ ਨੇ। ਕਾਲਕਾ ਜੀ ਕਹਿੰਦੇ ਆ ਕਿ ਇਹ ਵੱਖ-ਵੱਖ ਕਮੇਟੀਆਂ ਬਣਾਈਆਂ ਜਾਣ ਤਾਂ ਕਿ ਜਿਹੜੇ ਸਿੱਖ ਉੱਭਰਨਗੇ। ਬੀਜੇਪੀ ਵਾਲੇ ਕਹਿੰਦੇ ਹਾਂਜੀ ਇਹਦੇ ਨਾਲ ਸ਼ਕਤੀ ਬਣਦੀ ਹੈ, ਇਹਦੇ ਨਾਲ ਸਿੱਖਾਂ ਦਾ ਨਾਮ ਲੀਡਰਸ਼ਿਪ ਉੱਭਰਦੀ ਆ। ਇੱਥੇ ਸਰਸਾ ਜੀ ਨੇ ਇਹ ਗੱਲ ਕੀਤੀ ਕਿ ਲੀਡਰਸ਼ਿਪ ਬਣੇਗੀ। ਮੈਨੂੰ ਇਸ ਕਰਕੇ ਜਾਣਦੇ ਆ ਕਿ ਦਿੱਲੀ ਦੇ ਇਹ ਗੌਰਵ ਜੀ ਬੜਾ ਅਫਸੋਸ ਦੀ ਗੱਲ ਆ, ਅੱਜ ਸਿੱਖਾਂ ਦੇ ਘਰਾਂ ਦੇ ਵਿੱਚ ਇਹ ਮਾਤਮ ਹੋਣਾ ਚਾਹੀਦਾ। ਇਹ ਕੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਜਾਂ ਮੈਂਬਰੀ ਦੀ ਗੱਲ ਨਹੀਂ ਗੀ, ਇਹਨੂੰ ਵੱਖਰੇ ਤੌਰ ਤੇ ਵਲਗਣ ਚ ਬਲੇਟਿਆ ਜਾਂਦਾ ਕਿ ਅਕਾਲੀ ਦਲ ਜਾਂ ਬਾਦਲ ਦੇ ਨਾਲ ਜੋੜਿਆ ਜਾਂਦਾ, ਜਦੋਂ ਕਿ ਉਹਦਾ ਕੋਈ ਮਤਲਬ ਨਹੀਂ ਇਸ ਗੱਲ ਨਾਲ। ਕਿਉਂਕਿ ਅਕਾਲੀ ਦਲ ਦੀ ਗੱਲ ਸਿੱਖਾਂ ਦੀ ਗੱਲ ਕਰਨ ਵਾਲਾ ਅਕਾਲੀ ਦਲ ਆ, ਤੇ ਉਹ ਅਕਾਲੀ ਦਲ ਦੇ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਚ ਨੇ ਇਹ ਦੱਸ ਦੇਣ। ਇਹ ਜਿਹੜੇ ਕਾਲਕਾ ਜੀ ਨੇ ਇਹ ਰਜਾਣ ਕਾਂਗਰਸ ਵਿੱਚ, ਕਾਂਗਰਸ ਜਾ ਕੇ ਗੱਲ ਕਰਨ ਵੀ ਅਸੀਂ ਜੀ ਸਿੱਖਾਂ ਦੀ ਗੱਲ ਕਰਦੇ, ਨਹੀਂ ਕਰਨੀ। ਕਾਂਗਰਸ ਨੇ ਨਹੀਂ ਕਰਨੀ, ਭਾਜਪਾ ਨੇ ਨਹੀਂ ਕਰਨੀ, ਆਮ ਆਦਮੀ ਨੇ ਨਹੀਂ ਕਰਨੀ, ਕਾਮਰੇਡ ਭਰਾਵਾਂ ਨੇ ਨਹੀਂ ਕਰਨੀ। ਗੱਲ ਕਰੇਗਾ ਤਾਂ ਅਕਾਲੀ ਦਲ ਹੀ ਕਰੇਗਾ। ਮੈਂ ਇਹ ਬੇਨਤੀ ਕਰਦਾ ਕਿ ਅੱਜ ਰੋਣਾ ਇਸ ਗੱਲ ਦਾ ਕਿ ਪਿਛਲੇ ਸਮੇਂ ਦੀ ਜਿਹੜੀ ਇੱਕ ਸਾਜ਼ਿਸ਼ ਚੱਲ ਰਹੀ ਸੀ ਕਿ ਸਿੱਖਾਂ ਦੀ ਸ਼ਕਤੀ ਨੂੰ ਤੋੜਿਆ ਜਾਵੇ, ਇਹ ਕਿੱਡਾ ਵੱਡਾ ਮੈਂ ਸਮਝਦਾ ਕਿ ਧਰੋਆ ਕਿ ਹਿੰਦੁਸਤਾਨ ਦੀ ਪਾਰਲੀਮੈਂਟ ਜਿਸ ਦਾ ਕਾਨੂੰਨ ਬਣਾਉਂਦੀ ਆ, ਕੋਈ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਪਾਰਲੀਮੈਂਟ ਫੈਸਲਾ ਕਰਦੀ ਆ। ਅਸੀਂ ਆਸ ਕਰਦੇ ਸੀ ਕਿ ਪਾਰਲੀਮੈਂਟ ਸਾਡੇ ਹੱਕ 'ਚ ਫੈਸਲਾ ਕਰੇਗੀ, ਪਰ ਅੱਜ ਸਿੱਖਾਂ ਦੀ ਸ਼ਕਤੀ ਨੂੰ ਤੋੜਨ ਵਾਸਤੇ ਇਹ ਫੈਸਲੇ ਆਏ ਨੇ। ਸਿੱਖ ਰੋ ਰਹੇ ਨੇ ਤੇ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਨੂੰ ਰੋਲ ਵੀ ਨਹੀਂ ਦੇ ਰਹੀ। ਮੈਂ ਇੱਕ ਗੱਲ ਕਹਿ ਕੇ ਗੱਲ ਆਪਦੀ ਖਤਮ ਕਰਾਂਗਾ। ਅੱਜ ਪੰਜਾਬ 'ਚ ਸਿੱਖਾਂ ਨੇ ਫੇਰ ਦੇਖਿਆ 38 ਸਾਲ ਬਾਅਦ ਕਾਂਗਰਸ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਤੇ ਬੀਜੇਪੀ ਨੇ ਉਸ ਦੇ ਲਈ ਲੱਡੂ ਵੰਡੇ ਸੀ, ਤੇ ਅੱਜ ਫੇਰ ਕਾਂਗਰਸ ਨੇ ਫੈਸਲਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ, ਤੇ ਬੀਜੇਪੀ ਨੇ ਉਸ ਦੇ ਉੱਤੇ ਸਹੀ ਪਾਈ। ਤੇ ਮੈਂ ਇਹ ਦੇਖ ਰਿਹਾ ਕਿ ਬੀਜੇਪੀ 'ਚ ਬੈਠੇ ਸਿੱਖ ਜਿਹੜੇ ਢੋਲ ਵਜਾ ਕੇ ਨੱਚ ਰਹੇ ਨੇ। ਮਾਫ ਕਰਨਾ, ਇਹ ਗੱਲ ਜਿਹੜੀ ਆ ਇਹ ਤਮਾਸ਼ਾ ਜਿਹੜਾ ਵਾ ਇਹ ਸਿੱਖਾਂ ਲਈ ਬਹੁਤ ਮਾੜਾ, ਅੱਜ ਮੈਂ ਸਮਝਦਾ ਕਿ ਮਾੜਾ ਦਿਨ ਹੈ। ਮੈਂ ਨਹੀਂ ਕਹਿੰਦਾ ਜੀ ਠੀਕ ਹੈ। ਤੁਸੀਂ ਕਹਿ ਰਹੇ ਹੋ ਕਿ ਜਸ਼ਨ ਮਨਾ ਰਹੇ ਹੋ। ਦੇਖੋ ਗਰੇਵਾਲ ਸਾਹਿਬ ਇਹ ਚੀਜ਼ ਨੂੰ ਸਮਝਾਓ ਨਾ ਕਿ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋ, ਪਰ ਜੇ ਅੱਜ ਕਾਲਕਾ ਜੀ ਬੈਠੇ ਨੇ ਉਹ ਵੀ ਸਿੱਖ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ, ਜੇ ਅੱਜ ਸਾਡੇ ਨਾਲ ਸਰਬਜੀਤ ਸਿੰਘ ਜੀ ਜੁੜ ਚੁੱਕੇ ਨੇ HSGMC ਤੋਂ, ਉਹ ਵੀ ਸਿੱਖ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ, ਦਾਦੂਵਾਲ ਜੀ ਸਿੱਖ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ, ਸਿਰਸਾ ਜੀ ਰਿਪਰੈਜ਼ੈਂਟ ਕਰਦੇ ਨੇ ਸਿੱਖ ਭਾਈਚਾਰੇ ਨੂੰ, ਤਾਂ ਉਹ ਤਾਂ ਵੈਲਕਮ ਕਰ ਰਹੇ ਨੇ ਨਾ। KPS ਗਿੱਲ ਵੀ ਸਿੱਖ ਸੀਗਾ, ਕਿਹੜਾ ਗਿਆਨੀ ਜੈਲ ਸਿੰਘ ਦੇਸ਼ ਦਾ ਰਾਸ਼ਟਰਪਤੀ ਉਹ ਵੀ ਸਿੱਖ ਸੀਗਾ। ਦੱਸ ਦਿਓ ਇਹਨਾਂ ਤੋਂ ਕਹਾ ਦਿਓ ਕਿ ਗਿਆਨੀ ਜੈਲ ਸਿੰਘ ਸਹੀ ਸਿੱਖ ਸੀਗਾ, ਬੂਟਾ ਸਿੰਘ ਵੀ ਸਿੱਖ ਸੀਗਾ। ਤੁਸੀਂ ਠੀਕ ਹੈ, ਦੇਖੋ ਤੁਸੀਂ ਇਹ ਕਹਿ ਰਹੇ ਹੋ, ਤੁਸੀਂ ਇਹ ਕਹਿ ਰਹੇ ਹੋ ਕਿ ਇਹ ਫੈਸਲਾ ਗਲਤ ਹੋਇਆ। ਕਾਲਕਾ ਜੀ ਕੁਝ ਕਹਿਣਾ ਚਾਹ ਰਹੇ ਨੇ, ਮੈਂ ਤੁਹਾਡੇ ਕੋਲ ਆਣਾ। ਕਾਲਕਾ ਜੀ ਸਿੱਖਾਂ ਦੀ ਸ਼ਕਤੀ ਨੂੰ ਨਹੀਂ KPS ਗਿੱਲ ਵਰਗੇ ਨਾਲ, ਠੀਕ ਹੈ, ਇੱਕ ਕਾਲਕਾ ਜੀ ਨਾਲ ਨਾਮ ਜੋੜਨ ਦੀ ਲੋੜ ਨਹੀਂ ਹੈ, ਬਿਲਕੁਲ ਨਾਮ ਜੋੜਨ ਦੀ ਲੋੜ ਨਹੀਂ ਹੈ। KPS ਗਿੱਲ ਵਰਗੇ ਨਾਲ ਗੱਲ ਤੁਹਾਡੇ ਨਾਲ, ਤੁਹਾਡੀ ਪ੍ਰੋਬਲਮ ਹੈ। ਪਲੀਜ਼ ਇੱਕ ਇੱਕ ਕਰਕੇ ਲੋਕਾਂ ਨੂੰ ਸਮਝ ਆਵੇ। ਮੈਂ ਸਰਬਜੀਤ ਜੀ ਤੁਹਾਡੇ ਕੋਲ ਵੀ ਆਉਣਾ, ਤੁਹਾਨੂੰ ਐਡ ਕਰਾਂਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਿਕੰਜੇ ਤੋਂ ਜਿਹੜੀ ਚੀਜ਼ ਗਰੇਵਾਲ ਸਾਹਿਬ ਇੱਕ ਇੱਕ ਕਰਕੇ ਤੁਸੀਂ ਆਪਣੀ ਗੱਲ ਰੱਖਿਓ ਪਲੀਜ਼। ਮੈਂ ਤੁਹਾਡੇ ਕੋਲ ਆਉਣਾ, ਇੱਕ ਵਾਰੀ ਕਾਲਕਾ ਜੀ ਨੂੰ ਗੱਲ ਰੱਖ ਲੈਣ ਦਿਓ। ਇੱਕ ਸੈਕਿੰਡ ਸਰ, 10 ਸੈਕਿੰਡ ਦਵੋ ਨਾ। ਤੁਸੀਂ ਗਲਤ ਗੱਲ ਨਾ ਕਰੋ। ਮੈਂ ਮਾਨਸਿਕ ਸਥਿਤੀ ਤੋਂ ਨਹੀਂ ਨਿਕਲਦੇ ਕਿ ਸਿੱਖਾਂ ਦੀ ਬੈਟਰਮੈਂਟ ਦੀ ਗੱਲ ਹੋ ਰਹੀ ਹੈ, ਤੁਹਾਡੀ ਪਾਰਟੀ ਦੀ ਬੈਟਰਮੈਂਟ ਦੀ ਗੱਲ ਨਹੀਂ ਹੋ ਰਹੀ ਹੈ। ਜਦ ਤੱਕ ਤੁਸੀਂ ਇਸ ਗੱਲ ਤੋਂ ਬਾਹਰ ਮੈਂ ਉਹੀ ਕਹਿ ਰਿਹਾ ਗਰੇਵਾਲ ਸਾਹਿਬ 20 ਸੈਕਿੰਡ ਰੁਕੋ ਸਰ, ਤੁਸੀਂ ਪਲੀਜ਼ ਇੱਕ ਵਾਰੀ ਕਾਲਕਾ ਜੀ ਨੂੰ ਕੰਪਲੀਟ ਕਰ ਲੈਣ ਦਿਓ, ਤੁਸੀਂ ਨਾਲ ਦੀ ਨਾਲ ਗੱਲ ਰੱਖਿਓ। ਤੁਹਾਡੀ ਪਾਰਟੀ ਦੀ ਅਲਾਈਅੰਸ ਰਹੀ ਹੈ 23 ਸਾਲ, ਤੁਹਾਡੀ ਪਾਰਟੀ ਨੇ ਉਹਦੀਆਂ ਸਰਕਾਰਾਂ ਦੀਆਂ ਨੀਂਹ ਮੰਗਿਆ, ਕੇਂਦਰ ਦੀ ਵਜ਼ਾਰਤਾਂ ਲਈ ਹੈ, ਤਦ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ ਸੀ। ਅੱਜ ਤੁਸੀਂ ਜਿਹੜੇ ਬੰਦੇ ਤੁਹਾਡੇ ਨਾਲ ਨਹੀਂ ਨੇ, ਤੁਸੀਂ KPS ਦੇ ਨਾਲ ਮੁਕਾਬਲਾ ਸ਼ੁਰੂ ਕਰ ਦਿੰਦੇ ਹੋ, KPS ਗਿੱਲ ਦੇ ਨਾਲ। ਸੋ ਥੋੜਾ ਜਿਹਾ ਮੇਰੀ ਕਾਲਕਾ ਜੀ ਮੈਂ ਤੁਹਾਨੂੰ ਕਰਕੇ ਬੋਲੀਏ। ਨਹੀਂ ਮਿਲਾਇਆ, ਇਹ ਗੱਲ ਸਪਸ਼ਟ ਕਰ ਲਓ। ਮੈਂ ਫੇਰ ਤੁਸੀਂ ਗੱਲ ਬਿਲਕੁਲ ਗੱਲ ਕੀਤੀ ਹੈ ਕਿ ਸਿੱਖ, ਤੁਸੀਂ ਕਹਿ ਰਹੇ ਹੋ ਸਿੱਖ ਉਹ ਵੀ ਸੀ ਬਈ, ਸਿੱਖ ਸਿਰਫ ਜਿਹੜਾ ਅਕਾਲੀ ਦਲ ਦੇ ਨਾਲ ਰਹੇਗਾ ਸਿੱਖ ਹੋਵੇ, ਬਾਕੀ ਸਿੱਖ ਨਹੀਂ ਹੈ। ਤੁਹਾਡੇ ਲੋਕਾਂ ਦੀ ਇੱਕ ਮਾਨਸਿਕ ਇਹ ਬਣ ਗਈ ਹੈ ਕਿ ਜਿਹੜਾ ਬੰਦਾ ਅਕਾਲੀ ਦਲ ਦੀ ਬਾਹ ਫੜੇਗਾ, ਜਿਹੜੀ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਮੰਨੇਗਾ, ਉਹ ਪੰਥਕ ਹੈ, ਬਾਕੀ ਪੰਥਕ ਨਹੀਂ ਹੈ। ਇਸ ਗੱਲ ਤੋਂ ਆਪਾਂ ਗੁਰੇਜ਼ ਕਰੀਏ, ਇਸ ਮਾਨਸਿਕ ਸਥਿਤੀ ਤੋਂ। ਬਈ ਤੁਸੀਂ ਹੁਣੇ ਗੱਲ ਕੀਤੀ ਅਕਾਲੀ ਦਲ ਦੀ, ਅਕਾਲੀ ਦਲ ਦੇ ਪ੍ਰਧਾਨ ਕੌਣ ਹੈ? ਚਲੋ ਇੱਕ ਇੱਕ ਕਰਕੇ ਸਰ ਲੋਕਾਂ ਨੂੰ ਸਮਝ ਆਵੇ ਕਿ ਆਪਾਂ ਗੱਲ ਕੀ ਕਰ ਰਹੇ ਹਾਂ, ਕਹਿਣਾ ਕੀ ਚਾਹੁੰਦੇ ਹਾਂ। ਮੈਨੂੰ ਸ਼ੁਕਲਾ ਸਾਹਿਬ ਗੱਲ ਕਰ ਰਹੇ ਸੀ ਕਿ ਬਾਦਲ ਸਾਹਿਬ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਦਾਦੂਵਾਲ ਸਾਹਿਬ ਦੇ ਖਿਲਾਫ ਔਰ SGPC ਦੇ ਹਰਿਆਣਾ ਕਮੇਟੀ ਦੇ ਖਿਲਾਫ।
ਤਾਂ ਇਹ ਗੱਲਾਂ ਦਾ ਆਪਾਂ ਕਦ ਤੱਕ ਲੋਕਾਂ ਦੇ ਅੱਖਾਂ ਦੇ ਅੱਗੇ ਪਰਦੇ ਪਾਵਾਂਗੇ? ਆਪਾਂ ਕਿਉਂ ਫੈਕਟ ਨੂੰ ਨਹੀਂ ਮੰਨਦੇ ਕਿ ਲੋਕਾਂ ਦੀ ਮੰਗ ਸੀ, ਹਰਿਆਣਾ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਸਾਡੀ ਆਪਣੀ ਕਮੇਟੀ ਵੱਖਰੀ ਹੋਏ, ਸਾਨੂੰ ਖੁਦ ਮੁਖਤਿਆਰੀ ਮਿਲੇ, ਅਸੀਂ ਅੰਮ੍ਰਿਤਸਰ ਤੋਂ ਆਏ ਹੋਏ ਤੁਹਾਡੇ ਫੈਸਲੇ ਨੂੰ ਨਹੀਂ ਮੰਨਦੇ। ਉਹ ਫੈਸਲਾ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇਣਗੇ ਉਹਨੂੰ ਸਮੁੱਚੀ ਕੌਮ ਮੰਨੇਗੀ। ਠੀਕ ਹੈ, ਥੋੜਾ ਜਿਹਾ ਇੱਕ ਵਾਰੀ ਵੇਟ ਕਰਿਓ ਗਰੇਵਾਲ ਸਾਹਿਬ, ਮੈਂ ਤੁਹਾਡਾ ਜਵਾਬ ਲਵਾਂਗਾ, ਪਰ ਇਸ ਵਿਚਾਲੇ ਸਾਡੇ ਨਾਲ ਸਰਬਜੀਤ ਸਿੰਘ ਜੀ ਜੁੜ ਚੁੱਕੇ ਨੇ, HSGMC ਨੂੰ ਰਿਪਰੈਜ਼ੈਂਟ ਕਰਨਗੇ। ਸਰਬਜੀਤ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਜੀ ਆ ਰਹੀ ਹੈ ਜੀ, ਆ ਰਹੀ। ਠੀਕ ਹੈ, ਪਹਿਲਾ ਸਵਾਲ ਮੈਂ ਸਿੱਧਾ ਉਸੇ ਪੁਆਇੰਟ ਦੇ ਉੱਤੋਂ ਚੁੱਕਦਾ ਹਾਂ ਕਿ ਦਾਦੂਵਾਲ ਸਾਹਿਬ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਬਹੁਤ ਤਿੱਖੇ ਸ਼ਬਦੀ ਵਾਰ ਕਰਕੇ ਗਏ ਨੇ, ਇਲਜ਼ਾਮ ਲਗਾ ਕੇ ਗਏ ਨੇ, ਕਹਿੰਦੇ ਦਾਦੂਵਾਲ ਸਾਹਿਬ ਨੇ ਏਜੰਸੀਆਂ ਦੇ ਬੰਦੇ, ਇਹ BJP ਦੇ ਏਜੰਟ ਨੇ। ਮੈਂ ਵੀਰ ਜੀ ਇਹਦੀ ਇੱਕੋ ਹੀ ਗੱਲ ਕਵਾਂਗਾ ਕਿ ਸੁਖਬੀਰ ਸਿੰਘ ਬਾਦਲ ਜਦੋਂ BJP ਦੇ ਨਾਲ ਰਲੇ ਹੋਏ ਸੀ ਉਦੋਂ ਕਿਹੜੀ ਏਜੰਸੀ ਦੇ ਬੰਦੇ ਸੀ ਉਹ? ਜਦੋਂ ਉਹਨਾਂ ਦਾ BJP ਨਾਲ ਸਮਝੌਤਾ ਸੀ, ਮਿਨਿਸਟਰੀਆਂ ਸੀ, ਉਦੋਂ ਕਿਹੜੀ ਏਜੰਸੀ ਦੇ ਬੰਦੇ ਸੀਗੇ? ਜਦੋਂ ਬਾਈਬਲ ਕਲਾਂ ਤੇ ਇੱਥੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਦੋਂ ਕਿਹੜੀ ਏਜੰਸੀ ਦੇ ਬੰਦੇ ਸੀ ਉਹ ਸੁਖਬੀਰ ਸਿੰਘ ਬਾਦਲ ਜੀ? ਇਹ ਦੱਸ ਸਕਦੇ ਨੇ ਉਹ? ਇਹ ਜਿਹੜਾ ਵੀ ਬੰਦਾ ਸਿੱਖ ਕੌਮ ਲਈ ਕੰਮ ਕਰਦਾ ਹੈ, ਨਹੀਂ ਦੇਖੋ ਉਹਦਾ ਤਰਕ ਇਹ ਕਿ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ, SGPC ਨੂੰ ਕਮਜ਼ੋਰ ਕਰਨ ਦੀ, ਤੋੜਨ ਦੀ ਇਹ ਕੋਸ਼ਿਸ਼ ਹੋਈ ਹੈ। ਕੋਈ ਕੋਸ਼ਿਸ਼ ਨਹੀਂ ਹੈ ਜੀ, ਕੋਈ ਤੋੜਨ ਦੀ ਕੋਸ਼ਿਸ਼ ਨਹੀਂ ਹੈ, ਸਗੋਂ ਇਹਦੇ ਨਾਲ ਮਜ਼ਬੂਤੀ ਆਏਗੀ। ਹਰ ਪ੍ਰਾਂਤ ਦਾ ਜਿਹੜਾ ਸਿੱਖ ਹੈ ਉਹ ਆਪਣੇ ਉਥੋਂ ਦੇ ਪ੍ਰਾਂਤ ਦੇ ਜਿਹੜੇ ਹਾਲਾਤ ਨੇ ਉਹਨਾਂ ਮੁਤਾਬਕ ਫੈਸਲਾ ਲੈ ਸਕੇਗਾ ਔਰ ਉਹਦੇ ਨਾਲ ਸਗੋਂ ਜਿਹੜੀ ਹੈ ਮਜ਼ਬੂਤੀ ਆਏਗੀ। ਜਿੰਨੇ ਹੁਣ ਪੂਰੀ ਦੁਨੀਆ ਦੇ ਵਿੱਚ ਸਿੱਖ ਵਸਦੇ ਨੇ, ਕੀ ਉਹ ਵੱਖ-ਵੱਖ ਹੋ ਗਿਆ? ਅਕਾਲ ਤਖਤ ਸਾਹਿਬ ਨਾਲ ਸਾਰੇ ਹੀ ਜੁੜੇ ਆ। ਇਸ ਕਰਕੇ ਕੋਈ ਇਹਦੇ ਚ ਤੁਸੀਂ ਕਹਿੰਦੇ ਹੋ ਕਿ ਮਜ਼ਬੂਤੀ ਆਏਗੀ, ਕੌਮ ਨੂੰ ਕੋਈ ਨੁਕਸਾਨ ਨਹੀਂ ਹੈ। ਠੀਕ ਹੈ ਗਰੇਵਾਲ ਸਾਹਿਬ, ਠੀਕ ਹੈ, ਮੈਂ ਤੁਹਾਡੇ ਕੋਲ ਆਉਣਾ। ਗਰੇਵਾਲ ਸਾਹਿਬ ਦੇਖੋ ਜੀ, ਮੈਂ ਗੌਰਵ ਜੀ ਪਹਿਲਾਂ ਹੀ ਕਿਹਾ ਸੀ ਕਿ ਇਹਦਾ ਜਸ਼ਨ ਮਨਾ ਰਹੇ ਨੇ ਕਿਉਂਕਿ ਜਿਹੜੇ BJP ਨੇ ਇਹਨਾਂ ਨੂੰ ਥਾਲੀ ਵਿੱਚ ਪਾ ਕੇ ਤੇ ਕਾਂਗਰਸ ਨੇ ਇਹਨਾਂ ਨੂੰ ਥਾਲੀ 'ਚ ਪਰੋਸ ਕੇ ਦਿੱਤਾ। ਬੜਾ ਅਫਸੋਸ ਹੈ ਕਿ ਅੱਜ ਸਿੱਖ ਜਿਹੜੇ ਆ ਕਾਂਗਰਸ ਤੇ BJP ਦੇ ਇੱਕ ਨੁਕਾਤੀ ਫੈਸਲੇ ਤੇ ਤਾੜੀਆਂ ਮਾਰ ਰਹੇ ਨੇ ਤੇ ਭੰਗੜੇ ਪਾ ਰਹੇ ਨੇ। ਜਦੋਂ ਸੁਖਬੀਰ ਸਿੰਘ ਬਾਦਲ BJP ਦੀ ਉੱਥੇ ਜਾ ਕੇ ਝੋਲੀ 'ਚ ਬਹਿੰਦਾ ਸੀਗਾ ਉਦੋਂ ਕੌਣ ਤਾਲੀਆਂ ਮਾਰਦਾ ਸੀ? ਉਦੋਂ ਕੌਣ ਜਸ਼ਨ ਅਪਣਾਉਂਦਾ ਸੀ? ਸੁਣ ਲਓ ਜੀ ਗੱਲ, ਹੌਸਲਾ ਤਾਂ ਕਰੋ ਯਾਰ, ਹੌਸਲਾ ਤਾਂ ਕਰੋ। ਇਹ ਤੁਹਾਨੂੰ ਮਹਾਰਾਜ ਪ੍ਰਧਾਨ ਜੀ ਗਲਤ ਨਾ ਬੋਲੀ ਜਾਓ, ਇਹ ਚੁੱਪ ਕਰਕੇ ਇਹ ਕਹਿ ਦੇਣਾ ਏਜੰਸੀਆਂ ਦੇ ਬੰਦੇ ਆ, ਇਹ ਕਹਿ ਦੇਣਾ BJP ਦੇ ਬੰਦੇ ਆ, ਇਹ ਕਹਿ ਦੇਣਾ ਕਾਂਗਰਸ ਦੇ ਬੰਦੇ ਆ, ਤੇ ਸੁਖਬੀਰ ਸਿੰਘ ਬਾਦਲ ਕਿਹਦੇ ਬੰਦੇ ਨੇ? ਮੈਂ ਤੁਹਾਨੂੰ ਏਜੰਸੀਆਂ ਦਾ ਬੰਦਾ ਕਿਹਾ। ਸਰਬਜੀਤ ਜੀ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ, ਉਹਨਾਂ ਨੂੰ ਗੱਲ ਕੰਪਲੀਟ ਕਰ ਲੈਣ ਦਿਓ। ਗਰੇਵਾਲ ਸਾਹਿਬ ਤੁਸੀਂ ਕੰਪਲੀਟ ਕਰ ਲਓ ਪਲੀਜ਼। ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ, ਇਹ ਜਿੱਥੋਂ ਬੋਲ ਰਹੇ ਨੇ ਇਹਨਾਂ ਦਾ ਰਾਗ ਉਹੀ ਰਹੇਗਾ। ਇੱਥੇ ਕਾਂਗਰਸ ਦੇ ਉਮੀਦਵਾਰ ਨੂੰ ਬੁਲਾ ਦਿਓ, BJP ਵਾਲੇ ਨੂੰ ਬੁਲਾ ਦਿਓ, ਜਾਂ ਦਿੱਲੀ ਵਾਲਿਆਂ ਨੂੰ ਬੁਲਾ ਦਿਓ, ਹਰਿਆਣਾ ਵਾਲਿਆਂ ਦਾ ਰਾਗ ਸੇਮ ਰਹੇਗਾ, ਕੋਈ ਗੱਲ ਨਹੀਂ। ਤੁਹਾਨੂੰ ਤੁਸੀਂ ਜਦੋਂ BJP ਦਾ ਸਮਝੌਤਾ ਸੁਖਬੀਰ ਸਿੰਘ ਬਾਦਲ ਨਾਲ ਸੀ, ਸੁਣ ਲਾ ਯਾਰ, ਗੱਲ ਸੁਣਦੀ ਹੌਸਲਾ ਰੱਖੀਦਾ ਹੁੰਦਾ। ਐਡੀ ਵੱਡੀ ਯਾਰ ਤੁਹਾਨੂੰ ਕਮੇਟੀ ਮਿਲੀ ਯਾਰ, ਤੁਸੀਂ ਹੌਸਲਾ ਕਰੋ ਤੇ ਇਹਦਾ ਮਤਲਬ ਤੁਸੀਂ ਲੋਕਾਂ ਨਾਲ ਲੜੀ ਜਾਓਗੇ ਨਾ। ਆਪਾਂ ਕਿਉਂ ਲੜਾਂਗੇ? ਪਰ ਤੁਸੀਂ ਵੀ ਸਹੀ ਗੱਲ ਬੋਲੋ ਨਾ। ਬੋਲਿਆ ਵਿੱਚੋਂ ਨਾ ਬੋਲੋ, ਸਾਰਾ ਪ੍ਰੋਗਰਾਮ ਖਰਾਬ ਕਰ ਦਿਓ। ਮੈਂ ਫੇਰ ਇਹ ਗੱਲ ਕਹਿਣਾ ਜੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਇਹ ਨਾ ਹਰਿਆਣਾ, ਨਾ ਹਿਮਾਚਲ, ਨਾ ਕੋਈ ਹੋਰ ਇਸ ਗੱਲ ਦੇ ਵਿੱਚ ਵੰਡੀ ਨਹੀਂ ਹੈਗੀ। ਹਰਿਆਣਾ ਕੋਈ ਬਾਰਡਰੋਂ ਪਾਰ ਨਹੀਂ ਹੈਗਾ। ਇਹ ਕਹਿੰਦੇ ਨੇ ਹਰਿਆਣੇ ਨੂੰ ਆਪਣੇ ਅਧਿਕਾਰ ਦੇਣ ਜੀ, ਸਭ ਤੋਂ ਵੱਧ ਦੇਣ। ਮੈਂ ਤੁਹਾਨੂੰ ਗਿਣਾ ਦੇਣਾ, ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਉਦੋਂ ਦਾ ਸੀਨੀਅਰ ਮੀਤ ਪ੍ਰਧਾਨ ਇਹ 11 ਮੈਂਬਰ ਨੇ ਹਰਿਆਣੇ ਚੋਂ। 11 ਮੈਂਬਰਾਂ ਚੋਂ ਇੱਕ ਸੀਨੀਅਰ ਮੀਤ ਪ੍ਰਧਾਨ ਤੇ ਅੰਤਰਿਮ ਕਮੇਟੀ 2-3 ਮੈਂਬਰ ਹਮੇਸ਼ਾ ਹੁੰਦੇ ਆ। ਇਹ ਰਿਕਾਰਡ ਹੈ, ਚੈੱਕ ਕਰਾ ਲਓ। ਸਰਦਾਰ ਸਰਬਜੀਤ ਸਿੰਘ ਵੀ ਜਾਣਦੇ ਹੋਣਗੇ। ਇਹ ਵਿਤਕਰਾ ਨਹੀਂ ਹੈਗਾ। ਮਸਲਾ ਕੀ ਆ ਵੀ ਇਹ ਜਿਹੜੀਆਂ ਸੱਤਾ ਦੇ ਬੈਠੇ ਲੋਕ ਨੇ, ਕਾਂਗਰਸ ਖਾਸ ਤੌਰ ਤੇ ਸਿੱਖਾਂ ਦੀ ਸ਼ਕਤੀ ਨੂੰ ਖਤਮ ਕਰਨਾ ਚਾਹੁੰਦੀਆਂ ਨੇ, ਉਹਨੂੰ ਚੁਣੌਤੀ ਦੇਣਾ ਚਾਹੁੰਦੀਆਂ ਨੇ। ਜੇ ਉਹ ਅਕਾਲ ਤਖਤ ਨੂੰ ਨਹੀਂ ਢਾ ਸਕੀਆਂ ਤੇ ਫਿਰ ਇਸ ਤਰ੍ਹਾਂ ਸਿੱਖਾਂ ਦੇ ਜਵੰਡੀਆਂ ਪਾ ਕੇ ਸਿੱਖਾਂ ਦੀ ਸ਼ਕਤੀ ਖਤਮ ਕਰਨੀਆਂ ਚਾਹੁੰਦੀਆਂ ਨੇ। ਸਰਬਜੀਤ ਸਿੰਘ ਜੀ, ਤੁਸੀਂ ਜਮ ਪ੍ਰਧਾਨ ਬਣੋ, ਤੁਸੀਂ ਆਲ ਇੰਡੀਆ ਦੇ ਪ੍ਰਧਾਨ ਬਣੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੋ, ਸਾਨੂੰ ਕੋਈ ਇਤਰਾਜ਼ ਨਹੀਂ। ਗਰੇਵਾਲ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ, ਕਾਲਕਾ ਜੀ ਵੀ ਕੁਝ ਕਹਿਣਾ ਚਾਹ ਰਹੇ ਨੇ। ਨਹੀਂ ਗਰੇਵਾਲ ਸਾਹਿਬ, ਇੱਕ DSGMC ਆਲਰੇਡੀ ਹੈ ਤਾਂ ਫਿਰ HSGMC ਤੇ ਇਤਰਾਜ਼ ਕਿਉਂ ਹੈ? ਉਹ ਵੀ ਤਾਂ ਵੱਖਰੀ ਕਮੇਟੀ ਹੈ ਨਾ। J&K ਦੇ ਵਿੱਚ ਵੀ ਵੱਖਰੀ ਕਮੇਟੀ ਹੈ ਜੀ, ਜੰਮੂ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਬਕਾਇਦਾ। ਮੈਂ ਕਿਹਾ ਜੀ, ਮੈਂ ਪਹਿਲਾਂ ਹੀ ਕਹਿਤਾ ਸੀ ਵੀ ਮੈਂ ਤੁਹਾਡੇ ਨਾਲ ਨਾ ਦਾ ਬਹਿਸ ਕਰ ਸਕਦਾ ਕਿਉਂਕਿ ਅੱਜ ਖੁਸ਼ੀ ਦਾ ਸਮਾਂ ਵਾ। ਤੁਹਾਡੇ ਘਰੇ ਜਿਹੜੀ ਕਾਂਗਰਸ ਨੇ ਤੇ ਭਾਜਪਾ ਨੇ ਤੁਹਾਡੇ ਘਰੇ ਥਾਲੀ ਭਰ ਕੇ ਭੇਜੀ ਆ,
ਸੁਗਾਤ ਤੁਹਾਡੇ ਘਰੋਂ ਉਹਨੂੰ ਪ੍ਰਵਾਨ ਕਰੋ। ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨੀ ਜੀ ਦੇ ਘਰੋਂ ਚੁੱਕੀ ਗਈ ਮੈਂ ਹੈ। ਤੁਹਾਡੇ ਨਾਲ ਬਹਿਸ ਸੁਖਬੀਰ ਇੱਥੇ ਕਿੱਥੋਂ ਆ ਗਿਆ? ਮੈਂ ਕੋਈ ਸੁਖਬੀਰ ਦੀ ਗੱਲ ਕੀਤੀ ਆ? ਤੁਸੀਂ ਤਾਂ ਐਵੇਂ ਬਗੈਰ ਗੱਲ ਤੋਂ ਸੁਖਬੀਰ ਨੂੰ ਚੁੱਕੀ ਫਿਰਦੇ ਹੋ। ਸੁਖਬੀਰ ਦਾ ਮਸਲਾ ਸੁਖਬੀਰ ਨੂੰ ਪੁੱਛੋ। ਮੈਂ ਤਾਂ ਇੱਕ ਸਿੱਖ ਹੋਣ ਦੇ ਨਾਤੇ, ਐਸਜੀਪੀਸੀ ਮੈਂਬਰ ਹੋਣ ਦੇ ਨਾਤੇ ਗੱਲ ਕਰ ਰਿਹਾ ਕਿ ਅੱਜ ਦਾ ਦਿਨ ਸਿੱਖਾਂ ਵਾਸਤੇ ਬੜਾ ਮਾੜਾ ਦਿਨ ਹੈ। ਜਿਹੜਾ ਘੁਆੜਾ ਚਲਾ ਰਹੇ ਸੀਗੇ ਉਸ ਘੁਆੜੇ ਦੇ ਦਸਤੇ ਆਪਾਂ ਸਾਰੇ ਬਣ ਗਏ। ਤੁਸੀਂ ਵੀ ਉਹ ਚੋ, ਬਾਕੀ ਸਾਰੇ ਸਿੱਖ ਬਣ ਗਏ। ਜਿਵੇਂ ਗੌਰਵ ਜੀ ਨੇ ਕਿਹਾ ਕਿ ਸਿੱਖ ਬੜੇ ਖੁਸ਼ ਨੇ ਤੇ ਬੜੀ ਚੰਗੀ ਗੱਲ ਆ। ਤੇ ਜੇ ਸਿੱਖਾਂ ਨੂੰ ਇਸ ਤਰ੍ਹਾਂ ਭਾਜਪਾ ਦੀ ਜਾਂ ਕਾਂਗਰਸ ਦੀ ਖੁਸ਼ਾਮਦੀ ਕਰਨੀ ਚੰਗੀ ਲੱਗਦੀ ਆ ਤਾਂ ਮੈਂ ਸਮਝਦਾ ਕੋਈ ਗੱਲ ਨਹੀਂ, ਉਹਨਾਂ ਤੋਂ ਜਿਹੜੇ ਸਰੋਪੇ ਉਹ ਲੈਣ, ਕੋਈ ਗੱਲ ਨਹੀਂ। ਪਰ ਅੱਜ ਸਿੱਖਾਂ ਦੀ ਸੰਸਥਾ ਕਮਜ਼ੋਰ ਹੋਈ ਆ। ਜਿਹੜੀ ਸੰਸਥਾ ਤੋਂ ਦੁਨੀਆ ਦੇ ਵਿੱਚ ਡਰ ਸੀ, ਦੁਨੀਆ ਦੇ ਹਰ ਖੁਸ਼ ਕੌਣ ਹੈ? ਨਹੀਂ ਗਰੇਵਾਲ ਸਾਹਿਬ, ਮੈਂ ਚਲੋ ਤੁਹਾਡੇ ਕੋਲ ਆਣਾ। ਕਾਲਕਾ ਜੀ ਕੁਝ ਕਹਿਣਾ ਚਾਹ ਰਹੇ ਨੇ, ਮੈਂ ਪਰ ਲੋਕ ਸਮਝਣਾ ਚਾਹੁੰਦੇ ਹੋਣਗੇ ਕਿ ਕੌਣ ਖੁਸ਼ ਨਹੀਂ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖ ਖੁਸ਼ ਨੇ ਤਾਂ ਫਿਰ ਖੁਸ਼ ਕੌਣ ਨਹੀਂ ਹੈ? ਕਾਲਕਾ ਜੀ, ਮੈਂ ਗਰੇਵਾਲ ਸਾਹਿਬ ਕੋਲ ਇੱਕ ਗੱਲ ਪੁੱਛਣਾ ਚਾਹੁੰਦਾ। ਜੇ ਹਰਿਆਣਾ ਕਮੇਟੀ ਹਰਿਆਣਾ ਦੇ ਸਿੱਖਾਂ ਲਈ ਬਣੀ ਹੈ ਤੇ ਅੱਜ ਸ਼੍ਰੋਮਣੀ ਕਮੇਟੀ ਕਮਜ਼ੋਰ ਹੋ ਗਈ, ਇਹਨਾਂ ਨੂੰ ਇਹ ਨਹੀਂ ਦੱਸ ਪਾ ਰਹੇ ਕਿ ਸ਼੍ਰੋਮਣੀ ਕਮੇਟੀ ਉਸ ਦਿਨ ਕਮਜ਼ੋਰ ਨਹੀਂ ਹੋਈ ਸੀ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਦਬੀਆਂ ਹੋਈਆਂ ਸੀ, ਜਿਸ ਵਕਤ 328 ਸਰੂਪਾਂ ਦੀ ਚੋਰੀਆਂ ਹੋਈਆਂ, ਉਹਦੇ ਜਵਾਬ ਨਹੀਂ ਦੇ ਸਕੇ। ਸ਼੍ਰੋਮਣੀ ਕਮੇਟੀ ਉਸ ਦਿਨ ਕਮਜ਼ੋਰ ਨਹੀਂ ਹੋਈ ਸੀ। ਆਪਾਂ ਗੱਲ ਕਰਦੇ ਆ ਜੀ, ਕਿਉਂਕਿ ਤੁਹਾਡੇ ਹੱਥੋਂ ਤੋਂ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਹੈ ਕਿ ਜਦ ਤੱਕ ਅਸੀਂ ਆਪਣੇ ਸੈਲਫ ਇੰਟਰਸਟ ਤੋਂ ਬਾਹਰ ਨਿਕਲ ਕੇ ਕਮਿਊਨਿਟੀ ਦੇ ਇੰਟਰਸਟ ਤੋਂ ਨਹੀਂ ਸੋਚਾਂਗੇ ਤੇ ਇਹਦੇ ਹੱਲ ਨਹੀਂ ਨਿਕਲਣੇ। ਅੱਜ ਸੈਲਫ ਇੰਟਰਸਟ ਹੈ, ਅੱਜ ਕਿਸੇ ਪਾਰਟੀ ਦੇ ਇੰਟਰਸਟ ਲਈ ਗਰੇਵਾਲ ਸਾਹਿਬ ਬੋਲ ਰਹੇ ਨੇ, ਮਗਰ ਜਿਸ ਵਕਤ ਹਰਿਆਣਾ ਦੇ ਸਿੱਖਾਂ ਦੇ ਪੱਖ ਵੱਲ ਦੇਖਣਗੇ ਤੇ ਹਰਿਆਣਾ ਦੇ ਸਿੱਖਾਂ ਦੇ ਬਾਰੇ ਨੂੰ ਕਿਉਂ ਨਹੀਂ ਪੈਦਾ ਹੋਇਆ? ਅੱਜ ਦਿੱਲੀ ਦਾ ਸਿੱਖਾਂ ਦੀ ਆਪਣੀ ਗੱਲ ਕਰਦਾ ਹੈ। ਅੱਜ ਅਸੀਂ ਕਮੇਟੀ ਚਲਾ ਰਹੇ ਹਾਂ, ਸਾਡੀ ਕਮੇਟੀ ਦੇ ਵਿੱਚ ਜਿਹੜੇ ਵਿਦਿਅਕ ਅਦਾਰੇ ਚੱਲ ਰਹੇ ਨੇ ਸਾਡੇ ਕੰਟਰੋਲ ਦੇ ਅੰਦਰ ਨੇ ਔਰ ਉਹਦਾ ਫਾਇਦਾ ਸੰਗਤਾਂ ਚੁੱਕਦੀਆਂ ਨੇ। ਅੱਜ ਅਸੀਂ ਮਿਨੋਰਟੀ ਸਟੇਟਸ ਲੈ ਕੇ ਆ ਰਹੇ ਹਾਂ ਸਰਕਾਰਾਂ ਤੋਂ ਤੇ ਉਹਦਾ ਫਾਇਦਾ ਸਾਡੀ ਸਿੱਖ ਸੰਸਥਾਵਾਂ ਵੱਲ ਚੁੱਕਿਆ ਹੈ। ਅਸੀਂ ਅੱਜ ਸ਼੍ਰੋਮਣੀ ਕਮੇਟੀ ਵੱਲ ਮੂੰਹ ਕਰਕੇ ਵੇਟ ਨਹੀਂ ਕਰਦੇ ਕਿ ਸ਼੍ਰੋਮਣੀ ਕਮੇਟੀ ਕੀ ਕਰੇਗੀ ਤੇ ਸਾਨੂੰ ਉਸ ਤੋਂ ਬਾਅਦ ਕਰਨਾ ਕਿ ਨਹੀਂ ਕਰਨਾ। ਸੋ ਸਾਡੀ ਜਿੱਥੇ ਜ਼ਿੰਮੇਵਾਰੀ ਬਣਦੀਆਂ ਨੇ ਸਾਰੇ ਸਿੱਖਾਂ ਦੀਆਂ, ਅੱਜ ਆਪਣੀ ਹੋਂਦ ਬਣੀ ਹੈ ਨਵੀਂ, ਬਲਕਿ ਇਹਨਾਂ ਨੂੰ ਖੁਸ਼ ਹੋਣਾ ਚਾਹੀਦਾ। ਇਹ ਪਾਰਟੀ ਇੰਟਰਸਟ ਤੋਂ ਬਾਹਰ ਨਿਕਲਣ, ਇਹ ਪਾਰਟੀ ਇੰਟਰਸਟ ਤੋਂ ਬਾਹਰ ਹੀ ਨਹੀਂ ਨਿਕਲ ਰਹੇ। ਇਹ ਲੋਕ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ। ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਸੀ ਪਿੱਛੇ, ਔਰ ਇਹ ਹਮੇਸ਼ਾ ਅੱਜ ਤੱਕ ਇਹੀ ਹੁੰਦਾ ਆਇਆ ਹੈ ਕਿ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਹਦੀ ਰਾਖੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਅੱਜ ਉਲਟਾ ਹੋ ਗਿਆ, ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰਾਖੀ ਕਰਨ ਲਈ ਸਾਰੀ ਐਸਜੀਪੀਸੀ ਝੁਕੀ ਹੋਈ ਹੈ ਉਹਦੇ ਵਿੱਚ ਕਿ ਐਸਜੀਪੀਸੀ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਗੱਲ ਕਰ ਲਵੇ। ਸੋ ਇਸ ਗੱਲ ਤੋਂ ਜਦ ਤੱਕ ਬਾਹਰ ਨਹੀਂ ਆਣਗੇ ਆਪਾਂ ਇਹ ਸਾਡੀ ਸੋਚ ਦਾ ਤਕਰਾਰ ਹਮੇਸ਼ਾ ਰਹੇਗਾ ਹੀ ਰਹੇਗਾ। ਠੀਕ ਹੈ ਗਰੇਵਾਲ ਸਾਹਿਬ, ਛੋਟਾ ਜਿਹਾ ਰਿਐਕਸ਼ਨ ਮੈਂ ਉਸ ਤੋਂ ਬਾਅਦ ਜੋਸ਼ੀ ਸਾਡੇ ਨਾਲ ਰਵਨੀਤ ਜੁੜੇ ਹੋਏ ਨੇ ਉਹਨਾਂ ਤੋਂ ਰੁਕ ਕਰਾਂਗੇ। ਕਾਲਕਾ ਜੀ, ਬੜੇ ਇਲਜ਼ਾਮ ਲਾਉਣੇ ਬੜੇ ਸੌਖੇ ਆ ਕਿ ਸ਼੍ਰੋਮਣੀ ਕਮੇਟੀ 328 ਸਰੂਪ ਬੇਅਦਬੀ ਆ ਜਾਂ ਹੋਰ ਬਹੁਤ ਕੁਝ ਆ। ਜਿਹੜਾ ਬੰਦਾ ਕੰਮ ਕਰਦਾ, ਜੇ ਮੈਂ ਹੁਣ ਤੁਹਾਡੇ ਪੋਤਰੇ ਫੋਲਣ ਲੱਗ ਜਾਂ ਤੇ ਮੈਨੂੰ ਲੱਗਦਾ ਚੰਗਾ ਨਹੀਂ ਹੋਊਗਾ, ਕਿਉਂਕਿ ਗੱਲ ਅਸੀਂ ਕੁਝ ਹੋਰ ਕਰ ਰਹੇ ਹਾਂ। ਅੱਜ ਸਾਡਾ ਗਰੇਵਾਲ ਸਾਹਿਬ ਇਹ ਕਾਲਕਾ ਜੀ ਨੂੰ ਥੱਲੇ ਕਿਆ ਤੁਸੀਂ ਦੱਸ ਗੱਲ ਸੁਣ ਲਓ, ਗੱਲ ਸੁਣ ਲਓ, ਦਰਦ ਉਸ ਵਕਤ ਉਹ ਗੱਲ ਸੁਣ ਲਓ। ਮੈਂ ਤਾਂ ਇਸ ਚੱਕਰ ਚ ਪੈ ਹੀ ਗਿਆ। ਮੈਂ ਇਹ ਕਹਾਂ ਜੀ ਕਾਲਕਾ ਜੀ ਮਾੜੇ ਨੇ, ਕਾਲਕਾ ਜੀ ਨੇ ਆਹ ਕਾਲਕਾ ਜੀ ਦੇ ਬਦਲੇ ਅੱਜ ਜਿਹੜੀ ਗੱਲ ਕਾਲਕਾ ਜੀ ਅਸੀਂ ਕਰ ਰਹੇ ਹਾਂ, ਇਹ ਗੱਲ ਮਸਲਾ ਜੇ ਪਹਿਲਾਂ ਇੱਕ ਇਸ ਤਰ੍ਹਾਂ ਦਾ ਫੈਸਲਾ ਹੋ ਗਿਆ ਤੇ ਰੋਜ਼ ਇਹ ਫੈਸਲੇ, ਮੈਂ ਤਾਂ ਕਹਿੰਦਾ ਵੀ ਜੇ ਤੁਹਾਨੂੰ ਉਹ ਚੰਗਾ ਲੱਗਦਾ ਤੇ ਹਰ ਗੁਰਦੁਆਰੇ ਦਾ ਇੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਬਣਾ ਦਿਓ। ਜੇ ਸਿੱਖਾਂ ਦੀ ਸ਼ਕਤੀ ਇਸ ਗੱਲ ਨਾਲ ਵੱਧਦੀ ਆ, ਮੇਰਾ ਜਿਹੜਾ ਸਹੇ ਦੀ ਨਹੀਂ ਮੇਰੀ ਪਹੇ ਦੀ ਆ, ਜਿਹੜੀਆਂ ਚੀਜ਼ਾਂ ਇਹ ਲੋਕ ਹਿੰਦੁਸਤਾਨ ਦੇ ਸ਼ਾਸਕ ਚਾਹੁੰਦੇ ਸੀ ਅੱਜ ਉਹਨਾਂ ਨੇ ਇਸ ਗੱਲ ਨੂੰ ਕਰ ਵਿਖਾਇਆ। ਤੇ ਮੈਨੂੰ ਇਹ ਲੱਗਦਾ ਕਿ 38 ਸਾਲ ਬਾਅਦ ਦੁਬਾਰਾ ਇੱਕ ਗੱਲ ਦਿਖਾਈ ਦੇ ਰਹੀ ਆ। ਸਿਆਸੀ ਤੌਰ ਤੇ ਜਿਵੇਂ ਮਰਜ਼ੀ ਵੱਖਰੇ ਹੋਣ, ਕਾਂਗਰਸ ਤੇ ਭਾਜਪਾ ਦੋਨੋਂ ਸਿੱਖਾਂ ਵਾਸਤੇ ਇੱਕੋ ਜਿਹੇ ਨੇ। ਥੋੜਾ ਕਲੀਅਰ ਕਰੋ, ਮੈਂ ਗਰੇਵਾਲ ਸਾਹਿਬ ਬਾਰ-ਬਾਰ ਇਹ ਕਹਿ ਰਿਹਾ ਕਿ ਜਿਹੜੇ ਪੰਜਾਬ ਦੇ ਵਿੱਚ ਬੈਠੇ ਵੀ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਵੀ ਸਮਝਣਾ ਚਾਹ ਰਹੇ ਨੇ ਕਿ ਹਰਿਆਣਾ ਦੀ ਕਮੇਟੀ ਬਣ ਕੇ ਸਿੱਖਾਂ ਦਾ ਨੁਕਸਾਨ ਕਿਵੇਂ ਹੋਵੇਗਾ, ਪੰਥ ਦਾ ਨੁਕਸਾਨ ਕਿਵੇਂ ਹੋਵੇਗਾ, ਉਹ ਜਾਣਨਾ ਚਾਹ ਰਹੇ ਨੇ ਲੋਕ ਵੀ। ਬਿਲਕੁਲ ਇਹਦੇ ਕਮੇਟੀ ਬਣ ਕੇ ਕੀ ਬਣੇਗਾ? ਅੱਜ ਇੱਕ ਅਮਰੀ ਸੁਣ ਲਓ ਜੀ ਗੱਲ, ਇਹ ਗੱਲ ਇਹ ਚੱਲ ਰਹੀ ਆ ਕਿ ਇੱਥੇ ਕਾਲਕਾ ਜੀ ਹੁਣ ਗੱਲ ਕਰ ਰਹੇ ਨੇ, ਕਹਿੰਦੇ ਹਰਿਆਣੇ ਦੇ ਸਿੱਖ ਆਪਣਾ ਫੈਸਲਾ ਕਰਨਗੇ। ਸਿੱਖ ਹੋਣੇ ਦਾ ਮਤਲਬ ਵੀ ਪੰਜਾਬ ਦੇ ਹੋਰ ਹੋ ਗਏ, ਹਰਿਆਣੇ ਦੇ ਹੋਰ ਹੋ ਗਏ, ਰਾਜਸਥਾਨ ਦੇ ਹੋਰ ਹੋ ਗਏ। ਕੀ ਸਿੱਖ ਜਿਹੜੇ ਆ ਇਸ ਤਰ੍ਹਾਂ ਵੱਖੋ ਵੱਖਰੇ ਵੰਡਣ ਦਾ ਇੱਕ ਮਸਲਾ ਸੀ? ਜਿਹੜੀ ਗੱਲ ਨੂੰ ਅਸੀਂ ਰੋਣ ਡਏ ਆ, ਮੈਨੂੰ ਪਤਾ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਇਹਨੂੰ ਲਾਗੂ ਕਰਾਉਣਗੇ, ਛੱਤਰ ਨਾਲ ਵੀ ਲਾਗੂ ਕਰਾਉਣਗੇ, ਪਰ ਇਹਦੇ ਨਤੀਜੇ ਸਿੱਖਾਂ ਵਾਸਤੇ ਮਾੜੇ ਹੋਣਗੇ। ਕਿਉਂਕਿ ਇੱਕ ਸੰਸਥਾ ਬਣੀ ਆ, ਜਿਹੜੀ ਸੰਸਥਾ ਬੜੀ ਵੱਡੀ ਇੱਕ ਮਹਾਨ ਸੰਸਥਾ ਕੁਰਬਾਨੀਆਂ ਤੋਂ ਬਾਅਦ ਬਣੀ ਆ। ਇੱਕ ਜਿਹੜੀ ਪਾਰਲੀਮੈਂਟ ਦੇ ਵਿੱਚ ਉਹਦੇ ਲਈ ਫੈਸਲੇ ਹੁੰਦੇ ਆ ਤੇ ਇੱਕ ਜਿਹੜੀ ਸੂਬਾ ਵਾ ਹਰਿਆਣਾ ਸੂਬਾ, ਉਹ ਸੂਬੇ ਦੀ ਜਿਹੜੀ ਅਸੈਂਬਲੀ ਆ ਉਹਦੇ ਵਾਸਤੇ ਕੀ ਫੈਸਲਾ ਕਰਦੀ ਆ ਮੈਨੂੰ ਤਾਂ ਲੱਗਦਾ ਨਹੀਂ ਕਾਨੂੰਨ ਇਸ ਗੱਲ ਦੇ ਵਿੱਚ ਨਿਆਂ ਕਰ ਰਿਹਾ ਜਾਂ ਨਹੀਂ ਕਰ ਰਿਹਾ।
ਪਰ ਇਹਦੇ ਨਾਲ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੋਈ ਆ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਾਲਕਾ ਜੀ, ਮੇਰੀ ਸੁਣ ਲਓ ਜੀ ਧਿਆਨ ਨਾਲ ਗੱਲ। ਕਾਲਕਾ ਜੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਸਰ ਬੈਠੇ ਨੇ ਕਾਫੀ ਨੇੜੇ ਨੇ, ਮੈਨੂੰ ਲੱਗਦਾ ਵੀ ਸ਼ਾਇਦ ਜਿਵੇਂ ਕਹਿੰਦੇ ਨੇ ਕਰੋਨਾ ਦੇ ਵਿੱਚ 3 ਫੁੱਟ ਦੀ ਦੂਰੀ ਵੀ ਹੈ ਨਹੀਂ ਅੱਜ ਕੱਲ ਤਾਂ ਬੀਜੇਪੀ ਨਾਲ। ਕੇਂਦਰ ਨੇ ਜਿਹੜੀਆਂ ਕੁਝ ਵੋਟਾਂ ਕਰਾਉਣੀਆਂ, ਵੋਟਾਂ ਪਵਾ ਲਓ, ਕੋਈ ਪ੍ਰੋਬਲਮ ਨਹੀਂ। ਅਕਾਲੀ ਦਲ ਨੂੰ ਬਾਹਰ ਕਰ ਦਿਓ, ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕਰ ਦਿਓ। ਸਿੱਖ ਜਿਹੜੇ ਆ, ਸਿੱਖ ਆਪਣੇ ਨੁਮਾਇੰਦੇ ਚੁਣਨਗੇ। ਇੱਥੇ ਕੋਈ ਕਾਬਜ ਨਹੀਂ ਹੁੰਦਾ। ਆਪਣਾ ਸਾਰਿਆਂ ਨੂੰ ਬੇਨਤੀ ਕਰਦਾ, ਵੋਟਾਂ ਪੈ ਜਾਣ, ਜਿਹੜੇ ਬੰਦੇ ਚੁਣ ਕੇ ਆਉਣ ਉਹ ਬੈਠ ਕੇ ਸੇਵਾ ਕਰਨ। ਇੱਥੇ ਕੋਈ ਲਿਖ ਕੇ ਨਹੀਂ ਦਿੱਤਾ ਗਿਆ ਵੀ ਸ਼੍ਰੋਮਣੀ ਕਮੇਟੀ ਨੂੰ, ਜਿਵੇਂ ਤੁਸੀਂ ਬਾਦਲ ਕਰ ਦਿਓ, ਕੋਈ ਲਿਖ ਕੇ ਦਿੱਤਾ ਗਿਆ ਕਿ ਉਹਨਾਂ ਨੂੰ ਦੇਣੀ ਆ। ਸਿੱਖ ਜਿਹਨੂੰ ਵੀ ਚੁਣ ਕੇ ਲਿਆਉਣਗੇ ਲਿਆਉਣ। ਅਸੀਂ ਇਸ ਗੱਲ ਲਈ, ਮੈਂ ਘੱਟੋ ਘੱਟ ਇਸ ਗੱਲ ਲਈ ਉੱਚੀ ਬਾਹ ਖੜੀ ਕਰਕੇ ਆਵਾਜ਼ ਦਿੰਦਾ, ਸ਼੍ਰੋਮਣੀ ਕਮੇਟੀ ਦੀ ਚੋਣ ਜਿਹੜੇ ਬੰਦੇ ਆਉਣ, ਜਿਹੜੇ ਵੀ ਆਉਣ, ਉਹ ਪ੍ਰਬੰਧ ਕਰਨ, ਪਰ ਸਿੱਖਾਂ ਦੀ ਇਸ ਸੰਸਥਾ ਨੂੰ ਕਮਜ਼ੋਰ ਕਰਨ ਦੇ ਭਾਈਵਾਲ ਨਾ ਬਣੋ। ਰਮਨੀਤ ਜੋਸ਼ੀ ਤੁਹਾਡੇ ਕੋਲ ਠੀਕ ਹੈ। ਸਰਬਜੀਤ ਜੀ ਦੇਖੋ, ਕਹਿ ਰਹੇ ਨੇ ਕਿ ਜੇਕਰ ਇਸ ਤਰੀਕੇ ਨਾਲ ਹੀ ਸਭ ਕੁਝ ਮਜ਼ਬੂਤ ਹੁੰਦਾ, ਸਿੱਖ ਭਾਈਚਾਰਾ ਜਾਂ ਸਿੱਖ ਧਰਮ ਜਾਂ ਪੰਥ, ਤਾਂ ਫਿਰ ਤਾਂ ਇਕੱਲੇ ਗੁਰਦੁਆਰਾ ਸਾਹਿਬ ਦੇ ਉੱਤੇ ਇੱਕ ਪ੍ਰਧਾਨ ਲਗਾ ਦਿਓ, ਉੱਥੇ ਕਮੇਟੀਆਂ ਬਣਾ ਦਿਓ, ਕਿ ਜੇ ਇਸ ਤਰੀਕੇ ਨਾਲ ਮਜ਼ਬੂਤ ਹੁੰਦਾ। ਵੀਰ ਜੀ ਗੱਲ ਇਹ ਹੈ ਕਿ ਇਹ ਜਿਹੜਾ ਗਰੇਵਾਲ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਜੀ, ਇਹ ਸਿਰਫ ਤੇ ਸਿਰਫ ਅਕਾਲੀ ਦਲ ਬਾਦਲ ਨੂੰ ਸੁਰਜੀਤ ਕਰਨ ਦੀ ਗੱਲ ਕਰਨ ਦੇ ਨੇ। ਔਰ ਉਹ ਗੱਲ ਇਹ ਹੈਗੀ ਹੈ ਕਿ ਬਾਦਲ ਅਕਾਲੀ ਦਲ ਦੇ ਆਪਣੇ ਆਗੂਆਂ ਨੇ ਹੀ ਅਕਾਲੀ ਦਲ ਨੂੰ ਜਿਹੜਾ ਵਾ ਇਸ ਹਾਲਤ ਤੇ ਪਹੁੰਚਾਇਆ ਵਾ। ਔਰ ਜਿਹੜਾ ਹੁਣ ਹਰਿਆਣੇ ਦੇ ਸਿੱਖਾਂ ਨੂੰ ਜੋ ਮਿਲਿਆ ਹੈ ਸਾਨੂੰ, ਇਹ ਤੇ ਉਹਦੇ ਨਾਲ ਸਿੱਖ ਮਜ਼ਬੂਤ ਹੋਣਗੇ। ਜਿੱਥੇ ਜਿੱਥੇ ਵੀ ਸਿੱਖ ਬੈਠਾ, ਜਿੱਥੇ ਜਿੱਥੇ ਵੀ, ਚਾਹੇ ਉਹ ਮਹਾਰਾਸ਼ਟਰ ਦੇ ਵਿੱਚ ਹੈ, ਉੱਥੇ ਉਹਨਾਂ ਦੀ ਵੱਖਰੀ ਕਮੇਟੀ ਹੈ, ਪਟਨਾ ਬਿਹਾਰ ਦੀ ਹੈ, ਦਿੱਲੀ ਦੀ ਹੈ, ਜੰਮੂ ਕਸ਼ਮੀਰ ਦੀ ਵੱਖਰੀ ਕਮੇਟੀ ਹੈਗੀ ਹੈ। ਕਿਹੜੀ ਕਮਜ਼ੋਰੀ ਆਈ ਹੈ ਦੱਸੋ ਸਿੱਖਾਂ ਦੇ ਵਿੱਚ? ਜੇ ਅੱਜ ਹਰਿਆਣਾ ਕਮੇਟੀ ਬਣ ਗਈ ਤੇ ਫੇਰ ਕਿਹੜੀ ਕਮਜ਼ੋਰੀ ਆ ਜਾਏਗੀ? ਨਾ ਸਿੱਖ ਪਹਿਲਾਂ ਕਮਜ਼ੋਰ ਸੀ, ਨਾ ਹੁਣ ਕਮਜ਼ੋਰ ਹੈ। ਇਹ ਸਿੱਖਾਂ ਦੇ ਵਿੱਚ ਕਮਜ਼ੋਰੀ ਦੀ ਗੱਲ ਕਰਕੇ ਸਿੱਖਾਂ ਨੂੰ ਕਮਜ਼ੋਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ। ਜੀ ਫਿਰ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਪਹਿਲਾਂ ਵੀ ਕਮਜ਼ੋਰ ਨਹੀਂ, ਹੁਣ ਵੀ ਕੋਈ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤਾਂ ਫਿਰ ਵੱਖਰੀ ਕਮੇਟੀ ਦੀ ਜ਼ਰੂਰਤ ਕਿਉਂ ਪੈ ਰਹੀ ਸੀ? ਵੱਖਰੀ ਦੇਖੋ ਜੀ, ਹਰਿਆਣਾ ਜਿਹੜੀਆਂ ਸਟੇਟਾਂ ਬਣੀਆਂ ਉਹ ਵੱਖਰੀਆਂ ਵੱਖਰੀਆਂ ਕਿਉਂ ਬਣ ਗਈਆਂ? ਇਹ ਦੱਸੋ। ਇਹ ਇੱਕ ਇਨਸਾਨ ਦਾ ਜਿਹੜਾ ਵਾ ਇਹ ਇੱਕ ਸਮਝ ਲਓ ਗਵਰਨੈਂਸ ਦੀ ਇੱਕ ਗੱਲ ਹੈਗੀ ਹੈ। ਇਹਦੇ ਵਿੱਚ ਤਾਂ ਕੋਈ ਏਦਾਂ ਦੀ ਗੱਲ ਹੀ ਨਹੀਂ ਹੈਗੀ। ਅਸੀਂ ਵੱਖਰੀਆਂ ਹੁਣ ਕੀ ਅਸੀਂ ਵੀ ਹਿੰਦੁਸਤਾਨ ਤੁਸੀਂ ਕਹਿ ਰਹੇ ਹੋ ਕਿ ਉੱਥੇ ਦੇ ਹਾਲਾਤ ਦੇ ਮੁਤਾਬਿਕ ਫੈਸਲਾ। ਫਿਰ ਹੁਣ ਪੁਆਇੰਟ ਇਹ ਵੀ ਹੈ, ਦੇਖੋ ਮੇਰਾ ਕੰਮ ਸਵਾਲ ਕਰਨਾ, ਇਸ ਕਰਕੇ ਮੈਂ ਤੁਹਾਨੂੰ ਸਵਾਲ ਕਰੂੰਗਾ। ਦੇਖੋ ਜੇ ਤਾਂ ਇਹ ਵੀ ਗੱਲ ਹੋਏਗੀ ਕਿ ਹੁਣ ਐਸਜੀਪੀਸੀ ਦਾ ਮੁੱਖ ਦਫ਼ਤਰ ਮਾਝੇ ਦੇ ਵਿੱਚ ਹੈ, ਤਾਂ ਇੱਕ ਮਾਲਵੇ ਚ ਵੀ ਹੋ ਜਾਵੇ, ਇੱਕ ਦੁਆਬੇ ਚ ਵੀ ਹੋ ਜਾਵੇ, ਪੰਜਾਬ ਦੇ ਵਿੱਚ ਵੀ, ਕਿਉਂਕਿ ਮਾਲਵੇ ਦੇ ਹਾਲਾਤ ਵੱਖਰੇ ਹੋ ਸਕਦੇ ਨੇ, ਮਾਝੇ ਦੇ ਵੱਖਰੇ। ਨਹੀਂ ਵੀਰ ਜੀ, ਤੁਹਾਡੀ ਜਿਹੜੀ ਗੱਲ ਹੈ ਮੈਂ ਇੱਥੇ ਕੱਟਣਾ ਵਾ। ਪੰਜਾਬ ਦੇ ਹਾਲਾਤ ਤੇ ਹਰਿਆਣੇ ਦੇ ਹਾਲਾਤਾਂ 'ਚ ਫਰਕ ਹੈ। ਹਰਿਆਣੇ ਦੇ ਦਿੱਲੀ ਦੇ ਹਾਲਾਤਾਂ 'ਚ ਫਰਕ ਹੈ, ਦਿੱਲੀ ਤੇ ਬਿਹਾਰ ਦੇ ਹਾਲਾਤਾਂ 'ਚ ਫਰਕ ਹੈ ਸਿੱਖਾਂ ਦੇ। ਸਰ ਮੈਨੂੰ ਸਮਝਾ ਦਿਓ ਨਾ, ਮੈਂ ਤਾਂ ਸਮਝਣਾ ਨਹੀਂ ਚਾਹ ਰਿਹਾ। ਹਰਿਆਣੇ ਔਰ ਪੰਜਾਬ ਦੇ ਹਾਲਾਤ ਮੈਂ ਕਹਿ ਰਿਹਾ ਕਿ ਕਿਵੇਂ ਧਾਰਮਿਕ ਤੌਰ ਤੇ ਕਿਵੇਂ ਵੱਖਰੇ ਤੁਹਾਨੂੰ ਨਜ਼ਰ ਆ ਰਹੇ ਨੇ? ਧਾਰਮਿਕ ਤੌਰ ਤੇ ਜਿਹੜੀ ਗੱਲ ਹੈ, ਔਰ ਦੂਸਰੇ ਪਾਸੇ ਜਿਹੜਾ ਹਰਿਆਣਾ ਕਮੇਟੀ ਦੇ ਕੋਲ ਜਿਹੜਾ ਹੁਣ ਫੰਡ ਆਏਗਾ, ਜਾਂ ਪਹਿਲਾਂ ਇੱਥੇ ਜਿਹੜਾ ਫੰਡ ਆਂਦਾ ਰਿਹਾ ਵਾ, ਉਹ ਵੀਰ ਜੀ ਜੇ ਹਰਿਆਣੇ 'ਚ ਯੂਜ਼ ਹੁੰਦਾ ਤੇ ਇੱਥੇ ਦੇ ਵੀ ਹਾਲਾਤ ਜਿਹੜੇ ਨੇ ਉਹ ਚੰਗੇ ਹੁੰਦੇ ਸਿੱਖਾਂ ਦੇ। ਹੁਣ ਆਪਾਂ ਪੁਆਇੰਟ ਦੇ ਉੱਤੇ ਆਏ ਹਾਂ, ਤੁਸੀਂ ਕਹਿ ਰਹੇ ਹੋ ਕਿ ਜਿਹੜੇ ਫੰਡ ਦੀ ਸ਼੍ਰੋਮਣੀ ਕਮੇਟੀ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ, ਚਾਹੇ ਉਹ ਮੈਡੀਕਲ ਕਾਲਜ ਹੈ, ਚਾਹੇ ਉਹ ਦੂਸਰੇ ਸਕੂਲ ਨੇ, ਉਹ ਕਿੱਥੇ ਨੇ ਅਸਲੇ ਸਟੈਂਡ ਕਰ ਰਹੇ? ਇਹ ਦੱਸੋ। ਠੀਕ ਹੈ, ਚਲੋ ਮੈਂ ਕਾਲਕਾ ਜੀ ਆਉਂਗਾ, ਮੈਨੂੰ 20 ਸੈਕਿੰਡ ਦਿਓ। ਗਰੇਵਾਲ ਸਾਹਿਬ ਦੇਖੋ, ਗੱਲ ਫੰਡ ਦੇ ਉੱਤੇ ਆਈ ਹੈ ਕਿ ਜੇਕਰ ਉਸ ਤਰੀਕੇ ਨਾਲ ਗੱਲ ਅੱਗੇ ਵਧ ਰਹੀ ਹੁੰਦੀ ਤਾਂ ਸ਼ਾਇਦ ਇੱਥੇ ਤੱਕ ਪਹੁੰਚਦੀ ਹੋਣਾ। ਦੇਖੋ ਜੀ, ਇਹਨਾਂ ਨੂੰ ਸਰਬਜੀਤ ਸਿੰਘ ਜੀ ਨੂੰ ਮੈਂ ਫਿਰ ਕਿਹਾ, ਇਹਨਾਂ ਨੂੰ ਤਾਂ ਖੁਸ਼ੀ ਦੇ ਵਿੱਚ ਖੀਵੇ ਹੋਏ ਪਏ, ਕਹਿੰਦੇ ਸਿੱਖ ਮਜ਼ਬੂਤ ਹੋਣਗੇ। ਮੈਂ ਕਹਿੰਦਾ ਜੀ ਜਮ ਮਜ਼ਬੂਤ ਹੋ, ਗੁਰੂ ਅੱਗੇ ਅਰਦਾਸ ਕਰਦੇ ਆ ਹਰਿਆਣੇ ਦੇ ਸਿੱਖ ਬਹੁਤ ਵੱਡੇ ਪੱਧਰ ਤੇ ਮਜ਼ਬੂਤ ਹੋਣ ਤੇ ਆਪਣਾ ਪ੍ਰਬੰਧ ਚਲਾਉਣ। ਮੈਨੂੰ ਕੋਈ ਇਸ ਗੱਲ ਤੇ ਇਤਰਾਜ਼ ਨਹੀਂ ਹੈਗਾ। ਪਹਿਲਾਂ ਵੀ ਹਰਿਆਣੇ ਦੇ ਸਿੱਖ ਪ੍ਰਬੰਧ ਚਲਾਉਂਦੇ ਸੀ, 11 ਮੈਂਬਰ ਸੀ, 11 ਚੋਂ ਇਹਨਾਂ ਦਾ ਜਿਹੜਾ ਸੀਨੀਅਰ ਪ੍ਰਧਾਨ ਹੋਰ ਮੈਂਬਰ ਹੋਇਆ ਕਰਦੇ ਸੀ। ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ 'ਚ। ਇੱਥੇ ਜਿਹੜੀਆਂ ਮੀਰੀ ਪੀਰੀ ਸੰਸਥਾ, ਕਿੰਨੇ ਸਕੂਲ ਆ, ਕਾਲਜ ਆ, ਦੱਸ ਦਿਓ, ਇਹਨਾਂ ਤੋਂ ਪੁੱਛ ਲਓ ਵੀ ਕਿਹੜੇ ਸਕੂਲ ਕਾਲਜ ਸੰਸਥਾ ਜਿਹੜੇ ਆ ਉਹ ਆਪਣੇ ਪ੍ਰੋਫਿਟ ਵਿੱਚ ਚੱਲ ਰਹੇ ਨੇ। ਸਾਰਾ ਕੁਝ ਜਿਹੜਾ ਪ੍ਰਬੰਧ ਹੈ, ਉਸ ਪ੍ਰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵੱਲੋਂ ਜਿੰਨਾ ਤੁਸੀਂ ਲੇਖਾ ਜੋਖਾ ਆਉਣ ਵਾਲੇ ਕੱਲ ਦੇ ਦਿਨਾਂ 'ਚ ਅਸੀਂ ਕਰ ਦਿਆਂਗੇ। ਤੁਸੀਂ ਦੁਬਾਰਾ ਡਿਬੇਟ ਰੱਖ ਲਿਓ ਕਿ ਜਿੰਨਾ ਇੱਥੋਂ ਚੜਾਵਾ ਆਉਂਦਾ, ਗੁਰੂ ਸੰਗਤਾਂ ਜਿਹੜੀਆਂ ਚੜਾਉਂਦੀਆਂ, ਕੀ ਉਸ ਨੂੰ ਪੰਜਾਬ 'ਚ ਲਿਆਂਦਾ ਜਾਂਦਾ? ਇਹ ਗੱਲਾਂ ਨਾ ਕਰੋ ਸਰਬਜੀਤ ਸਿੰਘ ਜੀ। ਤੁਸੀਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪ੍ਰਬੰਧ ਤੁਹਾਡੇ ਕੋਲ ਆਏਗਾ, ਤੁਹਾਨੂੰ ਵੀ ਸਾਹਮਣੇ ਆ ਜਾਣਾ। ਕੋਈ ਚੀਜ਼ ਲੁਕੀ ਛਿਪੀ ਨਹੀਂ ਹੈ, ਕਿਸੇ ਨੇ ਕਿਤੇ ਨਹੀਂ ਲੈ ਜਾਣੀ।
ਹਰਿਆਣੇ ਵਾਲਿਆਂ ਨੂੰ ਪੰਜਾਬ 'ਚ ਲਿਜਾਣ ਦਾ ਕੋਈ ਲੋੜ ਨਹੀਂ, ਕੋਈ ਫਾਇਦਾ ਨਹੀਂ। ਕਿੰਨੇ ਵੱਡੀ ਗਿਣਤੀ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਹਰਿਆਣੇ ਦੇ ਵਿੱਚ ਮਦਦ ਕਰਦੀ ਆ, ਸਹਾਇਤਾ ਕਰਦੀ ਆ। ਏਦਾਂ ਨਾ ਕਰੋ, ਮੇਰੇ ਕਹਿਣ ਦੇ ਮਤਲਬ ਨੂੰ ਸਮਝੋ ਕਿ ਇਸ ਗੱਲ ਨਾਲ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੋਊਗੀ, ਕਿਉਂਕਿ ਇਹ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ। ਤੁਸੀਂ ਇਸ ਘੁਆੜੇ ਦਾ ਦਸਤਾ ਨਾ ਬਣੋ ਜਿਹੜੇ ਸਿੱਖਾਂ ਨੂੰ ਕਮਜ਼ੋਰ ਕਰਨ ਲੱਗੇ। ਤੁਸੀਂ ਉੱਥੋਂ ਇਸ ਗੱਲ ਤੇ ਭੰਗੜੇ ਨਾ ਪਾਓ, ਕੱਛਾ ਨਾ ਵਜਾਓ। ਠੀਕ ਹੈ ਰਵਨੀਤ ਜੀ ਦਾ ਮੈਂ ਰੁਕ ਕਰਦਾ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਮੈਂ ਕਾਲਕਾ ਜੀ ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ। ਸਾਡੇ ਨਾਲ ਸੀਨੀਅਰ ਵਕੀਲ ਜੁੜੇ ਹੋਏ ਨੇ ਰਵਨੀਤ ਜੀ। ਰਵਨੀਤ ਜੀ, ਰਿਵਿਊ ਪਟੀਸ਼ਨ ਦਾ ਇਸ ਸਮੇਂ ਜ਼ਿਕਰ ਹੋ ਰਿਹਾ ਹੈ ਕਿ ਇਸ ਕੇਸ ਦੇ ਵਿੱਚ ਰਿਵਿਊ ਪਟੀਸ਼ਨ ਕੋਈ ਫੈਸਲੇ ਦੇ ਉੱਤੇ ਸਿੱਧਾ ਪ੍ਰਭਾਵ ਪਾ ਸਕਦੀ ਹੈ। ਮੈਂ ਜਾਣਨਾ ਚਾਹ ਰਿਹਾ, ਲੋਕ ਜਾਣਨਾ ਚਾਹੁੰਦੇ ਹੋਣਗੇ ਕਿ ਇਹ ਸਮਝਿਆ ਜਾਵੇ ਕਿ ਸ਼ਾਇਦ ਪਲਟ ਵੀ ਸਕਦਾ, ਇਸ ਤਰੀਕੇ ਦੀ ਕੋਈ ਸਿਚੁਏਸ਼ਨ ਹੋ ਸਕਦੀ ਹੈ। ਔਰ ਕਿਉਂਕਿ ਪੈਰਲਰ ਬਹੁਤ ਸਾਰੀਆਂ ਆਲਰੇਡੀ ਹੈਗੀਆਂ ਨੇ ਕਮੇਟੀਆਂ, ਦਿੱਲੀ ਦੀ, JNK ਦੀ, ਮਹਾਰਾਸ਼ਟਰ ਦੀ, ਇਹ ਵੀ ਇੱਕ ਤਰਕ ਲਾਜ਼ਮੀ ਤੌਰ ਤੇ ਇਸ ਪੂਰੇ ਕੇਸ ਦੇ ਵਿੱਚ ਦਿੱਤਾ ਗਿਆ ਹੋਵੇਗਾ। ਦੇਖੋ ਗੌਰਵ ਜੀ, ਇਹਨੂੰ ਸਮਝਣ ਦੇ ਲਈ ਜਿਹੜਾ ਰਿਵਿਊ ਦਾ ਡੋਮੇਨ ਹੈ ਸੁਪਰੀਮ ਕੋਰਟ ਦਾ, ਉਹ ਬੜਾ ਲਿਮਿਟਡ ਹੁੰਦਾ। ਕੋਈ ਐਸੀਆਂ ਪਲੀਜ਼ ਜੋ ਆਲਰੇਡੀ ਔਨ ਰਿਕਾਰਡ ਸੀਗੀਆਂ ਪਰ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੌਜੂਦਾ ਫੈਸਲਾ ਆਇਆ ਹੈ ਤਾਂ ਰਿਵਿਊ ਪਟੀਸ਼ਨ ਜਿਹੜੀ ਉਹ ਪੈ ਸਕਦੀ ਹੁੰਦੀ ਹੈ। ਰਿਵਿਊ ਪੈਣ ਤੋਂ ਬਾਅਦ ਉਸ ਦੇ ਉੱਤੇ ਬਹਿਸ ਨਹੀਂ ਹੁੰਦੀ, ਉਹ ਚੈਂਬਰਸ ਦੇ ਵਿੱਚ ਹੀ ਉਸ ਦੇ ਉੱਤੇ ਜਿਹੜਾ ਹੈ ਜੁਡੀਸ਼ੀਅਸ ਮਾਈਂਡ ਅਪਲਾਈ ਹੁੰਦਾ ਜੱਜਿਸ ਦਾ, ਜਿਨ੍ਹਾਂ ਨੇ ਉਹ ਪਹਿਲਾ ਫੈਸਲਾ ਕੀਤਾ ਹੁੰਦਾ। ਤੇ ਬੜੇ ਰੇਅਰ ਸਰਕਮਸਟੈਂਸਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਸੁਪਰੀਮ ਕੋਰਟ ਦੇ ਫੈਸਲੇ ਰਿਵਿਊ ਦੇ ਵਿੱਚ ਜਿਹੜੇ ਆ ਚੇਂਜ ਹੋਏ ਨੇ। ਜੀ ਠੀਕ ਹੈ, ਕਾਲਕਾ ਜੀ ਦਾ ਮੈਂ ਰੁਕ ਕਰਦਾ। ਕਾਲਕਾ ਜੀ, ਨੁਕਸਾਨ ਦਾ ਲਗਾਤਾਰ ਜ਼ਿਕਰ ਕਰ ਰਹੇ ਨੇ SGPC ਦੇ ਨੁਮਾਇੰਦੇ, ਕਹਿੰਦੇ ਸਿੱਧੇ ਤੌਰ ਦੇ ਉੱਤੇ ਕਮਜ਼ੋਰ ਹੋਏਗੀ ਤੇ ਇਸ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ। ਦੇਖੋ ਪੂਰੀਆਂ ਬਿਆਨ ਜਾਂ ਉਹਨਾਂ ਦੇ ਇਸ ਸਮੇਂ ਸਟੇਟਮੈਂਟਸ ਨੂੰ ਮੈਂ ਸਮਝਾਂ ਜਾਂ ਲੋਕ ਸਮਝ ਰਹੇ ਹੋਣੇ ਆ ਤਾਂ ਉਹਨਾਂ ਦਾ ਇਸ਼ਾਰਾ ਇਸ ਪਾਸੇ ਹੈ ਕਿ ਇਹ ਸਿਆਸੀ ਸ਼ਹਿ ਦੇ ਉੱਤੇ ਸਭ ਕੁਝ ਹੋ ਰਿਹਾ ਹੈ। ਕਾਂਗਰਸ BJP ਦੀ ਸਿਆਸੀ ਸ਼ਹਿ ਦੇ ਉੱਤੇ ਸਭ ਕੁਝ ਹੋ ਰਿਹਾ ਹੈ। ਦੇਖੋ ਗੌਰਵ ਜੀ, ਮੈਂ ਇੱਕੋ ਗੱਲ ਕਹਿ ਰਿਹਾ ਬਾਰ-ਬਾਰ ਕਿ ਜਦ ਤੱਕ ਅਸੀਂ ਆਪਣੇ ਸੈਲਫ ਇੰਟਰਸਟ ਤੋਂ ਬਾਹਰ ਨਹੀਂ ਆਵਾਂਗੇ, ਅਸੀਂ ਆਪਣੀ ਪਾਰਟੀ ਦੇ ਇੰਟਰਸਟ ਤੋਂ ਬਾਹਰ ਨਹੀਂ ਆਵਾਂਗੇ, ਸਾਡਾ ਨਜ਼ਰੀਆ ਹੀ ਇਹੀ ਦੇਣਾ ਹੈ। ਅਗਰ ਮੈਂ ਕਿਸੇ ਚੀਜ਼ ਦੇ ਖੱਬੇ ਪਾਸੇ ਖੜੇ ਹੋ ਕੇ ਮੈਂ ਚੀਜ਼ ਨੂੰ ਦੇਖ ਰਿਹਾ ਤਾਂ ਮੇਰੇ ਖੱਬੇ ਹੀ ਰਹਿਣੀ ਹੈ, ਜਦ ਤੱਕ ਮੈਂ ਉਹਨੂੰ ਸੱਜੇ ਆ ਕੇ ਦੂਜਾ ਪਹਿਲੂ ਨਹੀਂ ਦੇਖਾਂਗਾ। ਜੇ ਮੈਂ ਹਰਿਆਣਾ ਦੇ ਸਿੱਖਾਂ ਦੀ ਗੱਲ ਨਹੀਂ ਕਰਾਂਗਾ, ਮੈਂ ਕੌਮ ਦੀ ਗੱਲ ਨਹੀਂ ਕਰਾਂਗਾ, ਤੇ ਜੇ ਗਰੇਵਾਲ ਸਾਹਿਬ ਨੂੰ ਲੱਗ ਰਿਹਾ ਹੈ ਕਿ ਕੌਮ ਕਮਜ਼ੋਰ ਹੋ ਰਹੀ ਹੈ, ਫਿਰ ਆਪਾਂ ਦਿੱਲੀ 'ਚ ਬੈਠੇ ਆ, ਤੁਹਾਨੂੰ ਉਹਦੇ ਕਰਕੇ ਵੀ ਕਮਜ਼ੋਰੀ ਲੱਗ ਰਹੀ ਹੋਣੀ ਕਿਉਂਕਿ ਅੱਜ ਦਿੱਲੀ ਕਮੇਟੀ ਅਕਾਲੀ ਦਲ ਕੋਲ ਨਹੀਂ ਹੈ। ਸੋ ਇਹ ਕਿਤੇ ਨਾ ਕਿਤੇ ਜਿਹੜੀਆਂ ਸੈਲਫ ਇੰਟਰਸਟ ਨੇ ਉਹਦੇ ਚੋਂ ਬਾਹਰ ਆ ਕੇ ਹੀ ਸਾਨੂੰ ਨਜ਼ਰ ਆਉਣਾ ਆਏ ਪਏਗਾ। ਔਰ ਇਹਦੇ ਨਾਲ ਸਿੱਖ ਕਮਜ਼ੋਰ ਕਿਉਂ ਹੋਏਗਾ, ਮੈਨੂੰ ਇਹ ਸਮਝਾਓ। ਸਿੱਖਾਂ ਦੀ ਅਲੱਗ ਹਸਤੀਆਂ ਨੇ, ਸਿੱਖ ਆਪਣੀਆਂ ਸਟੇਟਾਂ ਦੇ ਵਿੱਚ ਆਪਣੇ ਮੁੱਖ ਮੰਤਰੀਆਂ ਨਾਲ ਆਪ ਗੱਲਬਾਤ ਕਰ ਸਕਦੇ ਨੇ, ਜਦ ਉਹਨਾਂ ਦੀਆਂ ਆਪਣੀਆਂ ਕਮੇਟੀਆਂ ਹੋਣਗੀਆਂ, ਇਲੈਕਟਡ ਬੋਡੀਜ਼ ਹੋਣਗੀਆਂ, ਉਹ ਜੋ ਤਾਕਤ ਮਿਲੇਗੀ ਸਿੱਖਾਂ ਨੂੰ, ਉਹ ਜਾ ਕੇ ਗੱਲ ਕਰ ਸਕਦੀ ਹੈ। ਜਿਹੜੇ ਕਲੈਕਟਿਵ ਡਿਸੀਜਨਸ ਨੇ ਉਹ ਸਾਰੇ ਮਿਲ ਕੇ ਇੱਕ ਸਟੇਜ ਤੇ ਆ ਕੇ ਬੈਠੋ, ਕੋਈ ਮਨਾ ਥੋੜੀ ਹੈ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਸੀ, ਜਿੱਥੇ ਤੱਕ ਅਕਾਲ ਤਖਤ ਸਾਹਿਬ ਨੇ ਸਾਡੀ ਡਿਊਟੀ ਲਾਈ, ਅਸੀਂ ਬਿਲਕੁਲ ਅੱਗੇ ਵੱਧ ਕੇ ਕੰਮ ਕਰਨ ਦੀ ਕੀਤੀ ਕਿ ਇਕੱਠੇ ਸਾਂਝੇ ਕੰਮ ਕਰਾਂਗੇ। ਜਿੱਥੇ ਸਾਂਝੇ ਕੰਮ ਕਰਦੇ ਸਾਂਝੇ ਕਰੋ, ਜਿੱਥੇ ਆਪਣੀ ਸਟੇਟਾਂ ਨੂੰ ਸੰਭਾਲਣਾ ਆਪਣੀ ਸਟੇਟਾਂ ਨੂੰ ਸੰਭਾਲੋ। ਇਹਦੇ ਵਿੱਚ ਸਿੱਖ ਕਮਜ਼ੋਰ ਹੋਣ ਦੀ ਕੋਈ ਗੱਲ ਹੀ ਨਹੀਂ ਹੈਗੀ। ਗੱਲ ਤੇ ਪਰ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਜਦੋਂ ਵੱਖ-ਵੱਖ ਕਮੇਟੀਆਂ ਦੇ ਉੱਤੇ, ਮੈਂ ਮਾਫੀ ਚਾਹ ਰਿਹਾ ਕਿ ਤੁਹਾਨੂੰ ਵਿਚਾਲੇ ਰੋਕ ਰਿਹਾ, ਪਰ ਇੱਕ ਸਵਾਲ ਹੈ ਜਿਹੜੀ ਸੰਗਤ ਦਾ ਵੀ ਇਸ ਸਮੇਂ ਹੋਏਗਾ, ਲੋਕਾਂ ਦਾ ਵੀ, ਦਰਸ਼ਕਾਂ ਦਾ ਹੋਏਗਾ ਕਿ ਜੇ ਵੱਖ-ਵੱਖ ਕਮੇਟੀਆਂ ਦੇ ਉੱਤੇ ਹਰਿਆਣਾ ਦੇ ਵਿੱਚ ਇੱਕ ਵੱਖ ਪਾਰਟੀ ਦੇ ਹੱਥ ਦੇ ਵਿੱਚ ਹੋਵੇ ਪ੍ਰਬੰਧ ਕਮੇਟੀ ਦਾ, ਦਿੱਲੀ ਦੇ ਵਿੱਚ ਵੱਖ ਹੋਵੇ, ਪੰਜਾਬ ਦੇ ਵਿੱਚ SGPC ਦੇ ਉੱਤੇ ਵੱਖ ਹੋਵੇ, ਤਾਂ ਫਿਰ ਇੱਕ ਟਕਰਾਅ ਦੀ ਸਥਿਤੀ ਬਣੇਗੀ ਕਿ SGPC ਵਰਸਸ HSGPC ਵਰਸਸ DSGMC ਵਾਲੀ ਸਥਿਤੀ ਹੋਏਗੀ, ਕਿਉਂਕਿ ਇਹ ਆਲਰੇਡੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਖਾਸ ਤੌਰ ਤੇ ਧਰਮ ਪਰਿਵਰਤਨ ਦੇ ਮੁੱਦੇ ਉੱਤੇ ਕਿ ਦਿੱਲੀ ਵਾਲੇ ਆ ਕੇ ਪੰਜਾਬ 'ਚ ਕਮੇਟੀ ਬਣਾ ਦਿੰਦੇ ਨੇ ਬਜਾਏ ਇਸ ਦੇ ਕਿ SGPC DSGMC ਇਕੱਠੇ ਕਿਸੇ ਚੀਜ਼ ਨੂੰ ਲੈ ਕੇ ਕੰਮ ਕਰੇ। ਨਹੀਂ, ਤੁਸੀਂ ਦੇਖੋ ਜੇ ਧਰਮ ਪਰਿਵਰਤਨ ਦੇ ਉੱਤੇ ਦਿੱਲੀ ਕਮੇਟੀ ਗਈ ਹੈ ਤੇ ਆਪਣਾ ਫਰਜ਼ ਪੂਰਾ ਕਰ ਰਹੀ ਹੈ ਕਿ ਉੱਥੇ ਇਸ ਚੀਜ਼ ਦੀ ਲੋੜ ਹੈਗੀ ਸੀ। ਔਰ ਅਸੀਂ ਇਹ ਤੇ ਨਹੀਂ ਕਿਹਾ ਕਿ SGPC ਆਪਣਾ ਕੰਮ ਬੰਦ ਕਰ ਦੇਵੇ, SGPC ਕੰਮ ਨੂੰ ਹੋਰ ਵਧਾਏ। ਅਸੀਂ ਤੇ ਸਾਰੀਆਂ ਜਿਹੜੀਆਂ ਟਕਸਾਲਾਂ ਨੇ, ਜਥੇਬੰਦੀਆਂ ਨੇ, ਸਭ ਨੂੰ ਨਾਲ ਇਨਵੋਲਵ ਕੀਤਾ ਕਿ ਨਾਲ ਚੱਲ ਕੇ ਕੰਮ ਕਰੀਏ। ਅਸੀਂ ਤੇ ਇੱਕ ਜਾਗਰੂਕਤਾ ਲਹਿਰ ਲੈ ਕੇ ਆਏ ਆ ਜਿਹੜੇ ਬੜੇ ਟਾਈਮ ਤੋਂ ਇਹਦੀ ਲੋੜ ਸੀ, ਔਰ ਕੁਝ ਅਸੀਂ ਦੇਖਿਆ ਕਿ ਕੁਝ ਨਹੀਂ ਹੋ ਰਿਹਾ। ਅੱਜ ਹੋਇਆ ਕਿ ਉਹ 1.25 ਮਹੀਨਾ ਹੋਇਆ ਸਾਨੂੰ ਸ਼ੁਰੂ ਕੀਤੇ, ਅੱਜ ਪਿੰਡਾਂ ਦੇ ਵਿੱਚ ਉਹਨਾਂ ਪਾਦਰੀਆਂ ਨੂੰ ਭਜਾਇਆ ਜਾ ਰਿਹਾ ਜਿਹੜੇ ਧਰਮ ਪਰਿਵਰਤਨ ਜ਼ਬਰਦਸਤੀ ਕਰਦੇ ਸੀ। ਮਗਰ ਅਸੀਂ ਇਹ ਤੇ ਨਹੀਂ ਕਹਿ ਰਹੇ ਕਿ ਕੰਮ ਸਿਰਫ ਦਿੱਲੀ ਕਮੇਟੀ ਦਾ ਹੈ, ਇਹਦੇ 'ਚ ਹੋ ਸਕਦਾ ਸਾਡੇ ਉੱਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਾਡੇ ਸਾਥ ਦੇ ਰਹੇ ਹੋਣ, ਸਾਨੂੰ ਹੋਰ ਟਕਸਾਲਾਂ ਵੀ ਦੇਣੀਆਂ ਹੋਣ। ਇਹ ਤੇ ਕੌਮ ਦਾ ਸਮੁੱਚਾ ਇਕੱਠਾ ਕੰਮ ਹੈ। ਮੈਂ ਇਹੀ ਗੱਲ ਕੀਤੀ ਹੈ ਕਿ ਜਦ ਇਕੱਠੇ ਕੰਮ ਹੋਣਗੇ ਤੇ ਆਪਾਂ ਸਾਰੇ ਮਿਲ ਕੇ ਇਕੱਠੀ ਗੱਲ ਕਰਾਂਗੇ। ਜੇ ਅਸੀਂ ਆਪਣੇ ਦਿੱਲੀ 'ਚ ਬੈਠ ਕੇ ਅੱਜ ਮੈਂ ਕੋਈ ਕੰਮ ਕਰਾਣਾ, ਮੇਰੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮੈਂ ਆਪਣੀ ਇੱਕ
ਕਾਲਜ ਦੀ ਹੁਣੇ ਕਲਾਸਿਸ ਵਧਾਈਆਂ ਨੇ। ਮੈਂ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਤੇ ਖੁਦ ਗਿਆ, ਮੈਂ ਮਨੀਸ਼ ਸਿਸੋਦੀਆ ਜੀ ਨੂੰ ਮਿਲ ਕੇ ਉਹਦੇ ਕੋਲ ਕੰਮ ਕਰਾਇਆ। ਜੇ ਮੈਂ ਕੇਂਦਰ ਕੋਲ ਕੰਮ ਲੈਣਾ ਤਾਂ ਮੈਂ ਕੇਂਦਰ ਦੀ ਸਰਕਾਰ ਕੋਲੋਂ ਕੰਮ ਕਰਾਵਾਂਗਾ। ਮੈਂ ਕਮੇਟੀ ਚਲਾਣੀ ਹੈ, ਮੈਂ ਪੈਰਲਲ ਗਵਰਨਮੈਂਟ ਨਹੀਂ ਚਲਾ ਰਿਹਾ ਔਰ ਮੈਂ ਆਪਣੇ ਕੌਮ ਦੇ ਕੰਮ ਕਰਨੇ ਨੇ। ਇਸ ਕਰਕੇ ਸਾਨੂੰ ਆਪਣੇ ਡਿਸੀਜਨ ਲੈਣ ਵਾਸਤੇ ਕਿਧਰੇ ਅੰਮ੍ਰਿਤਸਰ ਸਾਹਿਬ ਦਾ ਮੂੰਹ ਤੇ ਨਹੀਂ ਦੇਖਣਾ ਪੈ ਰਿਹਾ ਨਾ। ਜੇ ਅੱਜ ਸ਼੍ਰੋਮਣੀ ਕਮੇਟੀ ਨੂੰ ਅਵਲ ਅਗਰ ਮੇਰੇ ਨਾਲ ਇੱਕੋ ਹੁੰਦੀ ਦਿੱਲੀ 'ਚ ਤੇ ਉਹਨਾਂ ਦਾ ਮੁਤਾਬ ਸੀ, ਕਿਉਂਕਿ ਉਹਨਾਂ ਦੀ ਅੱਜ ਕੇਂਦਰ ਦੀ ਸਰਕਾਰ ਨਾਲ ਲੜਾਈ ਹੈ, ਇਸ ਕਰਕੇ ਤੁਸੀਂ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਕੰਮ ਨਹੀਂ ਕਰਾਉਣਾ। ਸੋ ਇਹ ਗੱਲਾਂ ਤੋਂ ਉੱਠੇਗੀ। ਹਰਿਆਣਾ ਕਮੇਟੀ ਅਗਰ ਆਪਣੇ ਗੁਰਦੁਆਰਾ ਸਾਹਿਬ ਲਈ ਆਪਣੇ ਅਧਿਕਾਰਾਂ ਲਈ ਕੋਈ ਕੰਮ ਕਰਨਾ ਚਾਹਣਗੇ, ਉਹ ਆਪਣੇ ਲੈਵਲ ਦੇ ਉੱਤੇ ਗੱਲ ਕਰਨਗੇ, ਨਾ ਕਿ ਉਹਨਾਂ ਨੂੰ ਅੰਮ੍ਰਿਤਸਰ ਜਾਂ ਬਾਅਦ ਵਿੱਚ ਸਮਾਂ ਪੂਰਾ ਸਰ ਮੈਂ ਮਾਫੀ ਚਾਹ ਰਿਹਾ ਵਿਚਾਲੇ ਰੋਕ ਲਿਆ। ਮੈਂ ਇੱਕ ਛੋਟਾ ਰਿਐਕਸ਼ਨ ਲੈਣਾ ਸਰਬਜੀਤ ਜੀ, ਇੱਕ ਬਹੁਤ ਛੋਟਾ ਜਿਹਾ ਰਿਐਕਸ਼ਨ ਕਿ ਟਕਰਾਅ ਵਾਲੀ ਸਥਿਤੀ ਨਹੀਂ ਹੋਏਗੀ। ਦੇਖੋ ਅੱਜ ਤਾਂ ਸਿਰਫ ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਸ ਤੋਂ ਬਾਅਦ ਹੀ ਐਸਜੀਪੀਸੀ ਦੇ ਬਿਆਨ, HSGMC ਦੇ ਬਿਆਨ ਦੋਵੇਂ ਟਕਰਾਅ ਵਾਲੇ ਪਾਸੇ ਨੇ। ਟਕਰਾਅ ਜ਼ਰੂਰੀ ਨਹੀਂ ਕਿ ਆਮੋ ਸਾਹਮਣੇ ਹੋ ਜਾਂਦੇ ਨੇ, ਪਰ ਇਹ ਹੈ ਕਿ ਆਪਸ ਦੇ ਵਿੱਚ ਕੋਆਰਡੀਨੇਸ਼ਨ ਤਾਂ ਨਹੀਂ ਹੋਏਗਾ ਕਿ ਇੱਕ ਪਾਸੇ ਦਾਦੂਵਾਲ ਸਾਹਿਬ ਪ੍ਰਧਾਨ ਨੇ, ਦੂਜੇ ਪਾਸੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਨੇ, ਤਾਂ ਦੋਵਾਂ ਦੇ ਵਿਚਾਲੇ ਕੋਈ ਕੋਆਰਡੀਨੇਸ਼ਨ ਤਾਂ ਨਹੀਂ ਲੱਗ ਰਿਹਾ ਕਿ ਹੋਏਗਾ ਆਉਣ ਵਾਲੇ ਦਿਨਾਂ 'ਚ। ਦੇਖੋ ਅਸੀਂ ਇਹ ਸਮਝਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇੱਕ ਕਿਸਮ ਦਾ ਵੱਡਾ ਭਰਾ ਹੈ, ਠੀਕ ਹੈ। ਇਹ ਵੱਡੇ ਭਰਾ ਨੂੰ ਵੀ ਦੇਖਣਾ ਪਏਗਾ ਕਿ ਉਹਨੇ ਛੋਟੇ ਭਰਾਵਾਂ ਨੂੰ ਲੈ ਕੇ ਕਿਵੇਂ ਨਾਲ ਚੱਲਣਾ ਹੈ। ਤੇ ਜੇ ਉਹ ਵੱਡੇ ਭਰਾਵਾਂ ਵਾਲਾ ਫਰਜ਼ ਅਦਾ ਕਰਨਗੇ ਤੇ ਕੋਈ ਟਕਰਾਅ ਨਹੀਂ ਹੋਏਗਾ, ਭਾਵੇਂ ਵਿਚਾਰਧਾਰਾ ਦਾ ਫਰਕ ਹੋਵੇ, ਪਰ ਟਕਰਾਅ ਕਦੀ ਨਹੀਂ ਹੋਏਗਾ। ਤੇ ਉਹਨਾਂ ਨੂੰ ਮੈਂ ਚਾਹਾਂਗਾ ਕਿ ਹਰਜਿੰਦਰ ਸਿੰਘ ਇਹੀ ਗੱਲ ਸਰ ਪੰਜਾਬ ਵਾਲੇ ਹਰਿਆਣਾ ਵਾਲੇ ਵੀ ਕਹਿੰਦੇ ਨੇ, ਹਰਿਆਣਾ ਵਾਲੇ ਕਹਿੰਦੇ ਨੇ ਕਿ ਪੰਜਾਬ ਵੱਡਾ ਭਰਾ ਹੈ, ਪਰ ਟਕਰਾਅ ਵਰਗੀ ਸਥਿਤੀ ਪੁਆਇੰਟ ਦੇ ਉੱਤੇ ਬਣ ਜਾਂਦੀ ਹੈ। ਇੱਥੇ 에ਅਰਪੋਰਟ ਦੇ ਨਾਮ ਨੂੰ ਲੈ ਕੇ ਟਕਰਾਅ ਵਰਗੀ ਸਥਿਤੀ ਬਣ ਜਾਂਦੀ ਹੈ। ਯਾਰ ਚਲੋ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਂ ਗਰੇਵਾਲ ਸਾਹਿਬ ਦਾ ਇੱਕ ਰਿਐਕਸ਼ਨ ਜ਼ਰੂਰ ਲੈਣਾ। ਗਰੇਵਾਲ ਸਾਹਿਬ, ਤੁਹਾਡੀਆਂ ਸਾਰੀਆਂ ਗੱਲਾਂ ਇੱਕ ਪਾਸੇ, ਪਰ ਦੂਜੇ ਪਾਸੇ ਕਿ ਜਦ ਵੱਖ-ਵੱਖ ਪਹਿਲਾਂ ਵੀ ਕਮੇਟੀਆਂ ਹੈਗੀਆਂ ਨੇ ਤਾਂ ਹੁਣ ਦੇ ਉੱਤੇ ਇਤਰਾਜ਼ ਕਿਉਂ? ਔਰ ਤੁਹਾਡੇ ਵਿਰੋਧੀ ਸਿੱਧੇ ਤੌਰ ਦੇ ਉੱਤੇ ਇਹ ਕਹਿ ਰਹੇ ਨੇ ਕਿ ਤੁਹਾਨੂੰ ਹਰਿਆਣਾ ਦੇ ਵਿੱਚ ਅਕਾਲੀ ਦਲ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ, ਇਸ ਕਰਕੇ ਐਸਜੀਪੀਸੀ ਬਹੁਤ ਕਰੜਾ ਜਿਹੜਾ ਰਿਐਕਸ਼ਨ ਦੇ ਰਹੀ ਹੈ ਜਾਂ ਫਿਰ ਇਸ ਤਰੀਕੇ ਨਾਲ ਰਿਐਕਟ ਕਰ ਰਹੀ ਹੈ। ਬਿਲਕੁਲ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਬਿਲਕੁਲ 1% ਵੀ ਇਸ ਗੱਲ ਨਾਲ ਸੰਬੰਧਿਤ ਨਹੀਂ ਹੈਗੀ। ਇੱਥੇ ਕੋਈ ਅਕਾਲੀ ਦਲ ਦੀ ਸੱਤਾ ਦੀ ਗੱਲ ਨਹੀਂ, ਕੋਈ ਕੁਛ ਨਹੀਂ। ਮੈਂ ਫੇਰ ਇਹ ਕਹਿਣਾ ਕਿ ਵੋਟਾਂ ਪੈਂਦੀਆਂ ਜੀ, ਉਦੋਂ ਲੋਕ ਵੋਟ ਪਾਉਂਦੇ ਨੇ ਨਾ ਜੀ, ਲੋਕ ਵੋਟ ਪਾਉਂਦੇ ਆ, ਕੋਈ ਨੋਮੀਨੇਸ਼ਨ ਕੀਤੀ ਜਾਂਦੀ ਹੈ। ਨਹੀਂ ਫਿਰ ਉਹ ਤਾਂ ਹੁਣ ਵੀ ਰਹੇਗਾ ਨਾ ਸਰ, ਉਹ ਤਾਂ ਹੁਣ ਜਾ ਕੇ ਜਿਹੜੇ ਐਸਜੀਪੀਸੀ ਚ ਮੌਜੂਦਾ ਨੇ ਉਹ ਜਾ ਕੇ HSGPC ਦੇ ਵਿੱਚ ਖੜ ਜਾਣ, ਉੱਥੇ ਵੀ ਲੋਕਾਂ ਨੇ ਵੋਟਾਂ ਪਾਣੀਆਂ, ਸਿੱਖਾਂ ਨੇ ਵੋਟਾਂ ਪਾਉਣੀਆਂ। ਮੇਰੀ ਗੱਲ ਨੂੰ ਇਹਨਾਂ ਨੇ ਇਸ ਤਰਕ ਨੂੰ ਇਸ ਕਰਕੇ ਕਹਿ ਰਹੇ ਆ ਕਿ ਅਸੀਂ ਇਸ ਕਰਕੇ ਰਿਐਕਟ ਕਰ ਰਹੇ ਹਾਂ। ਬਿਲਕੁਲ ਇਹਨਾਂ ਦੇ ਦਿਮਾਗ 'ਚ ਗਲਤਫਹਿਮੀ ਨਾ ਹੋਵੇ, ਹਰਿਆਣੇ ਦੇ ਸਿੱਖ ਸਾਡੇ ਭਰਾ ਨੇ, ਕੋਈ ਸਾਡੇ ਵਿਰੋਧੀ ਨਹੀਂ ਹੈਗੇ, ਪਰ ਇਹ ਜਿਹੜੀਆਂ ਇਹ ਸਾਨੂੰ ਕਮਜ਼ੋਰ ਕਰਨ ਦੀ ਨੀਤੀ ਆ। ਕੀ ਆ ਵੇਖੋ ਜੀ, ਇਹ ਹਰਿਆਣੇ ਦੇ ਸਿੱਖ ਵੱਖਰੇ ਆ, ਦਿੱਲੀ ਵਾਲੇ ਵੱਖਰੇ ਆ। ਜੇ ਪਹਿਲਾਂ ਦਿੱਲੀ ਦਾ ਫੈਸਲਾ ਵੱਖਰਾ ਹੋ ਗਿਆ, ਵੱਖਰੀ ਕੋਈ ਗੱਲ ਨਹੀਂ। ਪਰ ਮੈਂ ਬੇਨਤੀ ਕਰਨੀ ਚਾਹੁੰਦਾ, ਇਸ ਸੱਤਾ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਨੂੰ ਬਾਦਲ ਕਰਕੇ ਇਹਨੂੰ ਜਸਟੀਫਾਈ ਨਾ ਕਰੋ। ਆਉਣ ਵਾਲਾ ਸਮਾਂ ਆਏਗਾ, ਇਹੋ ਹੀ ਬਾਦਲ ਦੇ, ਇਹੋ ਵੀ ਸੁਣ ਲਓ, ਇਹੀ ਬਾਦਲ ਦੀ ਗੱਲ ਜਿਹੜੀ ਆ, ਇਹ ਕਾਲਕਾ ਜੀ ਉਸੇ ਪਾਰਟੀ ਦੇ ਰਹੇ ਨਾ, ਉਸੇ ਪਾਰਟੀ ਦੇ ਚੁਣੇ ਗਏ, ਤੇ ਅੱਜ ਉਹਨਾਂ ਨੇ ਉਹ ਹਾਰ ਗਏ ਨੇ, ਤੇ ਅੱਜ ਉਹਨਾਂ ਨੇ ਉਹਨਾਂ ਨੂੰ ਛੱਡਤਾ। ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਆ, ਬਾਅਦ ਦੇ ਵਿੱਚ ਹੋ ਜਾਣਗੀਆਂ। ਪਰ ਮੈਂ ਬੇਨਤੀ ਕਰਾਂਗਾ, ਹੱਥ ਬੰਨ ਕੇ ਬੇਨਤੀ ਕਰਾਂਗਾ, ਆਓ ਅੱਖਾਂ ਮੀਚ ਕੇ ਨਾ ਰੱਖੋ, ਅੱਖਾਂ ਮੀਚ ਕੇ ਬਿੱਲੀ ਜਿਹੜੀ ਆ ਉਹ ਲੰਘ ਨਹੀਂ ਜਾਣੀ। ਬਿੱਲੀ ਪੂਰੇ ਜੋ ਬੰਦੇ ਨੇ ਤੁਹਾਨੂੰ ਸਿੱਖਾਂ ਨੂੰ ਮਾਰਨ ਵਾਸਤੇ ਤਿਆਰੀਆਂ ਕੀਤੀਆਂ, ਉਹਨਾਂ ਨੇ ਪਹਿਲਾਂ ਤੁਹਾਨੂੰ ਮਾਰਿਆ, ਹੁਣ ਤੁਹਾਨੂੰ ਵੱਖ-ਵੱਖ ਕਰ ਰਹੇ ਨੇ, ਤੁਹਾਨੂੰ ਕਮਜ਼ੋਰ ਕਰ ਰਹੇ ਨੇ। ਤੁਹਾਡੀ ਸੰਸਥਾ ਜਿਹੜੀ ਲੋਕਾਂ 'ਚ ਆਵਾਜ਼ ਬਣਦੀ ਸੀ, ਉਹ ਸੰਸਥਾ ਨੂੰ ਤੋੜ ਕੇ ਜਿਹੜੀ ਆ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕੀਤਾ ਜਾ ਰਿਹਾ। ਚਲੋ ਸ਼ੁਕਰੀਆ ਬਹੁਤ-ਬਹੁਤ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਕਾਲਕਾ ਜੀ, ਗਰੇਵਾਲ ਸਾਹਿਬ, ਸਰਬਜੀਤ ਜੀ ਬਹੁਤ-ਬਹੁਤ ਧੰਨਵਾਦ। ਰਮਨੀਤ ਜੋਸ਼ੀ ਜੀ ਬਹੁਤ-ਬਹੁਤ ਧੰਨਵਾਦ। ਮਾਫੀ ਚਾਹੂੰਗਾ ਜ਼ਿਆਦਾ ਸਮਾਜ ਨਹੀਂ ਦੇ ਸਕਿਆ ਇਸ ਵਾਲੇ। ਬਹੁਤ-ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ। ਖੈਰ ਇਸ ਪੂਰੀ ਚਰਚਾ ਤੋਂ ਬਾਅਦ ਇੱਕ ਚੀਜ਼ ਸਾਹਮਣੇ ਆ ਰਹੀ ਹੈ, ਇੱਕ ਪਾਸੇ ਅਕਾਲੀ ਦਲ ਜਾਂ ਫਿਰ ਐਸਜੀਪੀਸੀ ਹੈ ਜੋ ਕਿ ਇਸ ਪੂਰੇ ਫੈਸਲੇ ਦੇ ਉੱਤੇ ਸਵਾਲ ਚੁੱਕ ਰਹੇ ਨੇ, ਦੂਜੇ ਪਾਸੇ ਵੀ ਸਿੱਖ ਭਾਈਚਾਰੇ ਦੇ ਹੀ ਲੋਕ ਨੇ ਜੋ ਇਸ ਫੈਸਲੇ ਨੂੰ ਵੈਲਕਮ ਕਰ ਰਹੇ ਨੇ। ਹੁਣ ਪੁਆਇੰਟ ਇਹ ਹੈ ਕਿ ਇਸ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ, ਕਿ ਕੋਈ ਟਕਰਾਅ ਵਰਗੀ ਸਥਿਤੀ ਬਣਦੀ ਹੈ, ਕਿਉਂਕਿ ਜਿਸ ਤਰੀਕੇ ਦੇ ਬਿਆਨ ਦਾਦੂਵਾਲ ਸਾਹਿਬ ਨੂੰ ਲੈ ਕੇ ਦਿੱਤੇ ਗਏ ਨੇ, ਉਹ ਇੱਕ ਚੀਜ਼ ਕਲੀਅਰ ਕਰ ਰਹੇ ਨੇ ਕਿ ਜਿਹੜੀਆਂ ਟਿੱਪਣੀਆਂ ਉਹ ਤਲਖ ਨੇ ਤੇ ਰਿਸ਼ਤੇ ਸ਼ਾਇਦ ਸੁਖਾਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਹੋਣ। ਹੁਣ ਇਸ ਦੇ ਵਿੱਚ ਕਿਸ ਦਾ ਫਾਇਦਾ, ਕਿਸ ਦਾ ਨੁਕਸਾਨ, ਇਹ ਇੱਕ ਵੱਡਾ ਸਵਾਲ ਹੈ। ਪਰ ਸਿੱਖ ਸੰਗਤ ਜ਼ਰੂਰ ਚਾਹੇਗੀ ਕਿ DSGMC ਹੋਵੇ, ਚਾਹੇ HSGMC ਹੋਵੇ, SGPC ਹੋਵੇ ਜਾਂ ਕਿਸੇ ਹੋਰ ਸਟੇਟ ਦੀ ਕੋਈ ਵੀ ਸੰਸਥਾ ਹੋਵੇ, ਕਮੇਟੀ ਹੋਵੇ, ਇਹ ਮਿਲ ਜੁਲ ਕੇ ਕੰਮ ਕਰਨ, ਕਿਉਂਕਿ ਮੰਜ਼ਿਲ ਸਭ ਦੀ ਇੱਕੋ ਹੈ। ਤਾਂ ਇਸ ਕਰਕੇ ਰਾਹ ਵੱਖੋ ਵੱਖਰੇ ਹੋ ਸਕਦੇ ਨੇ
ਔਰ ਮਿਲ ਕੇ ਕੰਮ ਹੋਵੇ ਤਾਂ ਸ਼ਾਇਦ ਉੱਥੇ ਤੱਕ ਪਹੁੰਚਣਾ ਸਭ ਦੇ ਲਈ ਆਸਾਨ ਹੋਏਗਾ। ਸ਼ੁਕਰੀਆ, ਧੰਨਵਾਦ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ।